प्रभ की अगम अगाध कथा सुनिए अवर अवर बिद बुझिए बकन कथन रहता आपे भगत आप स्वामी आपन संग रता नानक को प्रभ पूर रह्यो है पेख्यो जतर कता मेरे मन गुर जे वड अवर न कोय दूजा ताओ ना को सूझै गुर मेले सच सोए भाई रे संत जना की रेणा संत सभा गुर पाइय मुक्त पदार्थ तेना चवर छत्र तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਚੇਲਾ ਸਾਹਿਬ ਸਰਸਾ ਹਰਿਆਣੇ ਦੇ ਵਿੱਚ ਆਪ ਸਰਬੱਤ ਸੰਗਤ ਮਹਾਨ ਗੁਰਮਤਿ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹੋ। ਬੇਅੰਤ ਗੁਰਧਾਮਾਂ ਦੀ ਸੇਵਾ ਕਰਵਾਉਣ ਵਾਲੇ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਾਲੇ ਮਹਾਤਮਾ ਮਹਾਪੁਰਸ਼ ਸੰਤ ਬਾਬਾ ਪ੍ਰੀਤਮ ਸਿੰਘ ਜੀ, ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ, ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਹੁਣੀ ਇਹ ਸਮਾਗਮ ਉਲੀਕਦੇ ਨੇ। ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਗੰਮੀ ਬਾਣੀ ਦੇ ਅੰਦਰ ਜੋ ਮਹਾਂਪੁਰਸ਼ਾਂ ਦੀ ਵਡਿਆਈ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਤਿਪੁਰਸ਼ਾਂ ਦੀ ਉਪਮਾ ਨੂੰ ਆਪਣੀ ਗੋਦ ਦੇ ਵਿੱਚ ਆਪਣੇ ਅੰਗਾਂ 'ਤੇ ਜਗ੍ਹਾ ਦਿੱਤੀ ਹੈ। ਆਓ ਉਸ ਮਹਿਮਾ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਭਗਤ ਰਵਿਦਾਸ ਜੀ ਨੇ ਦਾਅਵਾ ਕੀਤਾ ਹੈ ਵੀ ਸੰਤ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਪਰਮਾਤਮਾ ਅਨੰਤ ਹੈ, ਜਿਹਦੇ ਗੁਣਾਂ ਦਾ ਅੰਤ ਨਹੀਂ। ਇਬਾਦਤ ਕਰਕੇ, ਨਾਮ ਜਪ ਕੇ, ਬੰਦਗੀ ਕਰਕੇ ਉਸ ਪਰਮਾਤਮਾ ਦੇ ਵਿੱਚ ਸੰਤ ਅਭੇਦ ਹੋ ਜਾਂਦੇ ਨੇ, ਇਕਮਿਕ ਹੋ ਜਾਂਦੇ ਨੇ, ਅਨੰਤ ਦਾ ਰੂਪ ਹੋ ਜਾਂਦੇ ਨੇ। ਜਿਵੇਂ ਕੋਈ ਨਦੀ ਸਮੁੰਦਰ ਵਿੱਚ ਮਿਲ ਜਾਂਦੀ ਹੈ,
ਉਹੀ ਰੂਪ ਹੋ ਜਾਂਦੀ ਹੈ। ਸੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਅਸਲ ਦੇ ਵਿੱਚ ਸੂਝਵਾਨ ਸਿਆਣਾ ਮਨੁੱਖ ਉਹ ਹੈ ਜਿਹੜਾ ਇਹ ਗੱਲ ਸਮਝ ਗਿਆ ਵੀ ਸੰਤ ਪਰਮਾਤਮਾ ਦਾ ਰੂਪ ਹੁੰਦੇ ਨੇ। ਉਹਨਾਂ ਬੜਾ ਪਾਕ ਫੁਰਮਾਨ ਕੀਤਾ ਹੈ, ਕਹਿੰਦੇ ਐਸੇ ਮਹਾਂਪੁਰਸ਼ਾਂ ਦੀ ਸੰਗਤ ਮੈਂ ਪਰਮਾਤਮਾ ਕੋਲੋਂ ਰੋਜ਼ ਮੰਗਦਾ ਹੈ। ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ, ਮਾਝੈ ਦੀਜੈ ਦੇਵਾ ਦੇਵ। ਐ ਪਰਮਾਤਮਾ ਦੇਵਤਿਆਂ ਤੋਂ ਮਹਾਨ ਦੇਵ, ਮੈਨੂੰ ਆਪਣੇ ਵਿੱਚ ਅਭੇਦ ਮਹਾਂਪੁਰਸ਼ਾਂ ਦੀ ਸੰਗਤ ਬਖਸ਼, ਸਾਥ ਬਖਸ਼, ਤੇ ਮੈਂ ਉਹਨਾਂ ਕੋਲ ਬਹਿ ਕੇ ਤੇਰੀ ਕਥਾ ਸੁਣਾ ਜੋ ਬੜੀ ਰਸਦਾਇਕ ਹੈ। ਕਿਉਂਕਿ ਸੰਤਾਂ ਕੋਲ ਬੈਠੋਗੇ ਤੇ ਰੱਬ ਦੀ ਕਥਾ ਚੱਲੇਗੀ, ਪਰਮਾਤਮਾ ਦੀ ਗੱਲ ਚੱਲੇਗੀ। ਕਹਿੰਦੇ ਉਹ ਸੰਗਤ ਦੇ, ਉਹਨਾਂ ਦਾ ਸਾਥ ਦੇ, ਰਸਦਾਇਕ ਅਗੰਮੀ ਕਥਾ ਤੇਰੀ ਮੈਂ ਉਹਨਾਂ ਕੋਲੋਂ ਸੁਣਾ। ਸੰਤਾਂ ਦੇ ਪ੍ਰਤੀ ਕਹਿੰਦੇ ਮੈਨੂੰ ਪ੍ਰੇਮ ਬਖਸ਼, ਸੰਤ ਪ੍ਰੇਮ ਮਾਝੈ ਦੀਜੈ। ਮੇਰੇ ਅੰਦਰ ਸੰਤਾਂ ਦੇ ਪ੍ਰਤੀ ਪ੍ਰੇਮ ਪੈਦਾ ਹੋਵੇ। ਹੇ ਦੇਵਤਿਆਂ ਦੇ ਮਹਾਦੇਵ ਅਕਾਲ ਪੁਰਖ, ਏਡੇ ਏਡੇ ਭਗਤ ਜਨ ਮਹਾਂਪੁਰਸ਼ਾਂ ਦੀ ਸੰਗਤ ਮੰਗਦੇ ਨੇ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਜੀਵਨ ਸਫਲਾ ਹੈ। ਕਹਿੰਦੇ ਸੰਤ ਆਚਰਣ, ਸੰਤ ਚੋ ਮਾਰਗ, ਸੰਤ ਚਾ ਓਲਗ ਓਲਗਣੀ। ਕਹਿੰਦੇ ਮੇਰੇ ਤੇ ਕਿਰਪਾ ਕਰ, ਸੰਤ ਆਚਰਣ, ਸੰਤ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤੱਕ ਅੱਠੋਂ ਪਹਿਰ ਜੈਸਾ ਉਹਨਾਂ ਦਾ ਆਚਰਣ ਹੈ, ਵਿਚਰਨਾ ਹੈ, ਜੀਵਨ ਹੈ, ਮੈਨੂੰ ਉਹ ਉੱਚਾ ਜੀਵਨ ਬਖਸ਼ ਦੇ। ਸੰਤ ਚੋ ਮਾਰਗ, ਜਿਸ ਧਰਮ ਦੇ ਰਸਤੇ ਤੇ ਸੰਤ ਚੱਲਦੇ ਨੇ, ਮੈਨੂੰ ਬਲ ਬਖਸ਼ ਮੈਂ ਉਸ ਰਸਤੇ ਤੇ ਚੱਲ ਸਕਾਂ। ਕਹਿੰਦੇ ਸੰਤ ਚ ਓਲਗ ਓਲਗਣੀ। ਜੇ ਮਹਾਂਪੁਰਸ਼ ਐਸੇ ਨਹੀਂ ਨਾ ਮਿਲਦੇ ਤੇ ਮੈਨੂੰ ਉਹਨਾਂ ਦਾ ਕੋਈ ਦਾਸ ਹੀ ਮਿਲਾ ਦੇ, ਮੈਂ ਉਸ ਦੀ ਸੇਵਾ ਕਰ ਸਕਾਂ। ਇੰਨੀ ਮਹਾਂਪੁਰਸ਼ਾਂ ਦੀ ਬਾਣੀ ਵਿੱਚ ਵਡਿਆਈ ਹੈ। ਮਹਾਰਾਜ ਆਪਣੇ ਵਿੱਚ ਅਭੇਦ ਮਹਾਂਪੁਰਸ਼ਾਂ ਦੀ ਸੰਗਤ ਬਖਸ਼, ਉਹਨਾਂ ਵਰਗਾ ਜੀਵਨ ਹੋਵੇ, ਫਿਰ ਇਹ ਜੀਵਨ ਸਫਲਾ ਹੈ। ਨਹੀਂ ਮਿਲ ਪਾਏ, ਉਹਨਾਂ ਦਾ ਕੋਈ ਦਾਸ ਹੀ ਮਿਲ ਪਵੇ, ਉਹਦੀ ਮੈਂ ਸੇਵਾ ਕਰਕੇ ਜੀਵਨ ਸਫਲਾ ਕਰ ਲਵਾਂ। ਅੱਗੇ ਉਹ ਮਹਾਂਪੁਰਸ਼ ਕਹਿੰਦੇ ਨੇ, ਔਰ ਇੱਕ ਮਾਗੋ ਭਗਤ ਚਿੰਤਾ ਮਣ, ਜਣੀ ਲਖਾਵਹੁ ਅਸੰਤ ਪਾਪੀ ਸਣ। ਪਰ ਤੇਰੇ ਅੱਗੇ ਇੱਕ ਵਾਸਤਾ ਹੈ, ਐ ਅਕਾਲ ਪੁਰਖ, ਇੱਕ ਬੇਨਤੀ ਹੈ ਵੀ ਕਿਸੇ ਅਸੰਤ ਦੀ ਸੰਗਤ ਨਾ ਬਖਸ਼ ਦਈ, ਕਿਸੇ ਪਾਪੀ ਦੀ, ਸਾਕਤ ਦੀ, ਸੰਤ ਦੇ ਨਿੰਦਕ ਦੀ ਸੰਗਤ ਨਾ ਬਖਸ਼ ਦਈ, ਜੀਵਨ ਅਜਾਈਂ ਚਲਿਆ ਜਾਵੇਗਾ। ਅਸੰਤ ਜੋ ਸੰਤ ਦੀ ਨਿੰਦਾ ਕਰਦਾ ਹੈ, ਅਸੰਤ ਜੋ ਸਾਕਤ ਹੈ, ਜੋ ਮਹਾਂਪੁਰਸ਼ਾਂ ਦੀ ਅਜ਼ਮਤ ਤੋਂ ਕਿਨਾਰਾ ਕਰਦਾ ਹੈ। ਅੱਜ ਕੱਲ੍ਹ ਇਹ ਜ਼ਿਆਦੇ ਨੇ, ਤੁਹਾਨੂੰ ਬੜੇ ਮਿਲ ਪੈਣਗੇ, ਸੰਤ ਨਹੀਂ ਜੀ ਹੁੰਦਾ, ਭਗਤ ਨਹੀਂ ਜੀ ਹੁੰਦਾ, ਇਹ ਵਾਧੂ ਦੀਆਂ ਗੱਲਾਂ ਨੇ। ਜਿਹੜੇ ਗੁਰੂ ਪਰਮੇਸ਼ਰ ਦਾ ਅਦਬ ਨਹੀਂ ਕਰਦੇ, ਬਾਣੀ ਦਾ ਅਦਬ ਨਹੀਂ ਕਰਦੇ, ਇਤਿਹਾਸ ਦਾ ਅਦਬ ਨਹੀਂ ਕਰਦੇ, ਧਰਮ ਦਾ ਸਤਿਕਾਰ ਨਹੀਂ ਕਰਦੇ, ਕਹਿੰਦੇ ਐਸੇ ਅਸੰਤ ਲੋਕਾਂ ਨਾਲ ਮੇਰਾ ਮਿਲਾਪ ਨਾ ਹੋਵੇ। ਕਬੀਰ ਜੀ ਨੇ ਬੜਾ ਸੁੰਦਰ ਕਿਹਾ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਿਉਂ ਸਾਕਤ ਦੀ, ਸੰਤ ਦੀ ਸੰਗਤ ਨਹੀਂ ਕਰਨੀ? ਕਹਿੰਦੇ ਕਾਲਾ ਭਾਂਡਾ ਹੈ, ਤੇ ਕਾਲਾ ਭਾਂਡਾ ਜਦੋਂ ਤੁਹਾਡੇ ਨਾਲ ਲੱਗ ਜਾਂਦਾ ਹੈ ਨਾ, ਤੁਸੀਂ ਉਹਦਾ ਸਪਰਸ਼ ਪਾ ਲਵੋ ਤੇ ਤੁਹਾਨੂੰ ਕਾਲਖ ਲੱਗਦੀ ਹੈ।
ਅਸੰਤ ਬੰਦੇ ਦੀ ਸੰਗਤ, ਮਨਮੁਖ ਬੰਦੇ ਦੀ ਸੰਗਤ ਤੁਹਾਡੇ ਤੇ ਪ੍ਰਭਾਵ ਪਾਵੇਗੀ, ਤੁਸੀਂ ਵੀ ਮਨਮੁਖ ਹੋ ਜਾਓਗੇ। ਸੋ ਜਦੋਂ ਵੀ ਸਾਥ ਸੰਗਤ ਚਰਨ ਧੂੜੀ ਮੰਗਣੀ ਹੈ ਤੇ ਮਹਾਪੁਰਸ਼ਾਂ ਦੀ ਮੰਗੋ, ਜਿਹੜੇ ਪਰਮਾਤਮਾ ਵਿੱਚ ਅਭੇਦ ਨੇ। ਸੰਤ ਹੈ ਕੀ ਹੈ? ਵਿਦਵਾਨ ਮੰਨਦੇ ਨੇ ਸ਼ਾਂਤ ਲਫ਼ਜ਼ ਦਾ ਬਦਲਿਆ ਹੋਇਆ ਰੂਪ ਹੈ। ਜੋ ਸ਼ਾਂਤ ਹੈ, ਜਿਨ੍ਹੇ ਮਨ ਦੇ ਇੰਦਰੇ ਸ਼ਾਂਤ ਕਰ ਲਏ, ਜਿਹਦੇ ਇੰਦਰੇ ਰੱਜ ਗਏ ਨੇ, ਸੰਤੁਸ਼ਟ ਹੋ ਗਏ ਨੇ, ਹੱਥ ਕਾਬੂ ਵਿੱਚ ਨੇ, ਕਦਮ ਕਾਬੂ ਵਿੱਚ ਨੇ, ਮਨ ਕਾਬੂ ਵਿੱਚ ਹੈ, ਅੱਖਾਂ ਕਾਬੂ ਵਿੱਚ ਨੇ, ਉਹਨੂੰ ਸੰਤ ਕਿਹਾ ਜਾਂਦਾ ਹੈ। ਤੁਸੀਂ ਧਿਆਨ ਮਾਰਿਓ, ਆਪਣਾ ਕੁਝ ਵੀ ਕਾਬੂ ਵਿੱਚ ਨਹੀਂ ਹੈ। ਬਾਣੀ ਪੜ੍ਹਦੇ ਆ, ਕਦਮ ਚੰਗੇ ਰਸਤੇ ਤੇ ਚੱਲਣਾ ਚਾਹੁੰਦੇ ਨੇ, ਮਨ ਕਹਿੰਦਾ ਨਹੀਂ, ਠੱਗੀ ਠੋਰੀ ਨਹੀਂ ਛੱਡਣੀ, ਇੱਧਰ ਨੂੰ ਹੀ ਚੱਲਣਾ ਹੈ। ਬਾਣੀ ਪੜ੍ਹਦੇ ਆ, ਅੱਖਾਂ ਨਾਲ ਕਿਸੇ ਦਾ ਬੁਰਾ ਨਹੀਂ ਤੱਕਣਾ, ਪਰ ਮਨ ਕਹਿੰਦਾ ਇਹ ਮਿਲੀਆਂ ਹੀ ਬੁਰਾ ਤੱਕਣ ਨੂੰ ਨੇ, ਪੁੱਠੇ ਬੰਨੇ ਜਾਂਦੇ ਆ। ਬਾਣੀ ਨੂੰ ਪੜ੍ਹ ਕੇ ਸਮਝ ਲਿਆ ਵੀ ਇਹਨਾਂ ਹੱਥਾਂ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ, ਪਰ ਮਨ ਕਹਿੰਦਾ ਇਹਦੇ ਨਾਲ ਗਲਾ ਘੁੱਟ ਕੇ ਅਗਲੇ ਦਾ ਹੱਕ ਖਾਣਾ ਹੀ ਖਾਣਾ ਹੈ। ਸਾਡਾ ਕੁਝ ਵੀ ਕਾਬੂ ਵਿੱਚ ਨਹੀਂ ਹੈ। ਸੰਤ ਉਹ ਹੈ ਜਿਹਦੇ ਇੰਦਰੇ ਕਾਬੂ ਵਿੱਚ ਨੇ, ਮਨ ਜਿਸ ਨੇ ਜਿੱਤਿਆ ਹੋਇਆ ਹੈ, ਜਿਸ ਦਾ ਮੰਗਣਾ ਮੁੱਕ ਗਿਆ ਹੈ, ਜੋ ਸ਼ਾਂਤ ਹੋ ਚੁੱਕਿਆ ਹੈ। ਇਹ ਹੈ ਸੰਤ, ਜੋ ਸੰਤੁਸ਼ਟ ਹੈ। ਹਿੰਦੀ ਦੇ ਬੜੇ ਬੜੇ ਕਵੀ ਜਨ ਉਹ ਵੀ ਇਹੀ ਕਹਿੰਦੇ ਨੇ, ਜੋ ਵਿਅਕਤੀ संतुलन में रहे ਸਮਝ ਲਓ ਉਹ ਸੰਤ ਹੈ। ਜਿਹੜਾ ਸੰਤੁਲਨ ਵਿੱਚ ਜੀਵਨ ਬਤੀਤ ਕਰਦਾ ਹੈ, ਜਿਹਦਾ ਮਨ ਇੱਧਰ ਉੱਧਰ ਨਹੀਂ ਦੌੜਦਾ। ਇੱਕ ਹਿੰਦੀ ਦਾ ਕਵੀ ਲਿਖਦਾ, ਕਹਿੰਦਾ ਭਟਕਣਾ ਇਨਸਾਨੀ ਫਿਤਰਤ ਹੈ। ਭਟਕਣਾ ਇਨਸਾਨੀ ਫਿਤਰਤ ਹੈ, थम जाए तो वो संत हो जाएगा, जब अपना लेगा संत प्रवृत्ति। जब अपना लेगा संत प्रवृत्ति, हर भटकाव का अंत हो जाएगा। संत प्रवृत्ति, संत सुभाव यही है भी संत भटकते नहीं दर दर ते, केवल एक अकाल पुरख नाल जुड़े रहिंदे ने। कबीर जी ने एक संत की डेफिनेशन दी है। संत उस शख्स लई वरतिया जाता है जो प्रभु प्रेम विच भिजिया है, माया तो निर्लेप है, जिसने माया जित लई है, वैरागी है, विकारां दा त्यागी है, जिहदे अंदर कोई कामना नहीं, मंग नहीं, ਜਿਹਦੇ ਅੰਦਰ ਕੋਈ ਵੈਰ ਵਿਰੋਧ ਨਹੀਂ। ਇਹ ਬਚਨ ਕਬੀਰ ਗੰਥਰਾਵਲੀ ਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਬਚਨ ਕਬੀਰ ਜੀ ਦਾ। ਕਬੀਰ ਜੀ ਦਾ ਇੱਕ ਲਹਿਦਾ ਗ੍ਰੰਥ ਹੈ, ਉਹਦੇ ਵਿੱਚ ਜ਼ਿਕਰ ਮਿਲਦਾ ਹੈ, ਨਿਰਵੈਰੀ ਨੇ ਹਕਾਮਤਾ ਸਾਈਂ ਸੇਤੀ ਨੇਹ, ਵਿਖਿਆ ਸੋ ਨਿਆਰਾ ਰਹੇ ਸੰਤਨ ਕਾ ਅੰਗ ਇਹ। ਪਰਮਾਤਮਾ ਦੀ ਪ੍ਰੀਤੀ ਹੈ ਜਿਸ ਨੂੰ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿਹੜਾ ਰਹਿਤ ਹੈ ਉਹ ਸੰਤ ਹੈ, ਵਿਕਾਰਾਂ ਤੋਂ ਨਿਆਰਾ ਹੈ। ਦੇਖੋ ਲਿਬਾਸ ਕੋਈ ਵੀ ਪਾ ਸਕਦਾ ਹੈ ਧਾਰਮਿਕ। ਹੁਣ ਲਿਬਾਸ ਦਾ ਪਹਿਰਾਵੇ ਦਾ ਅਸੀਂ ਅਦਬ ਵੀ ਕਰਦੇ ਹਾਂ, ਕਿਉਂਕਿ ਬੜੇ ਬੜੇ ਮਹਾਂਪੁਰਸ਼ ਹੋਏ ਨੇ, ਉਹਨਾਂ ਦਾ ਅਦਬ ਹੈ, ਉਹਨਾਂ ਦੇ ਲਿਬਾਸ ਦਾ ਅਦਬ ਹੈ। ਤੇ ਕਈ ਵਾਰ ਕੱਚੇ ਪਿੱਲੇ ਵੀ ਬਾਣਾ ਪਾ ਕੇ ਨਾ ਕੁਕਰਮ ਕਮਾਉਂਦੇ ਨੇ। ਹੁਣ ਜੇ ਅਸੀਂ ਸਮਝ ਲਈਏ ਵੀ ਲਿਬਾਸ ਨਾਲ ਹੀ ਸੰਤ ਹੋ ਗਿਆ, ਤੇ ਕਹਿੰਦੇ ਨਹੀਂ, ਇਸ ਚੰਮ ਦੇ ਅੰਦਰ ਜੋ ਮਨ ਹੈ, ਅਗਰ ਉਹ ਵਿਕਾਰਾਂ ਤੋਂ ਰਹਿਤ ਹੈ ਤੇ ਉਹ ਸੰਤ ਹੈ। ਕੱਲਾ ਲਿਬਾਸ ਨਾਲ ਗੱਲ ਨਹੀਂ ਬਣਦੀ।
ਉਸ ਵਿੱਚ ਕਾਮ ਨਹੀਂ ਹੈ, ਮੰਗਣਾ ਨਹੀਂ ਹੈ। ਮੰਗਣਾ ਤੋਂ ਭਾਵ ਉਹ ਕਿਸੇ ਦਾ ਹੱਕ ਖੋ ਕੇ ਨਹੀਂ ਖਾਂਦਾ, ਉਹ ਕ੍ਰੋਧ ਵਿੱਚ ਆ ਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ, ਅਹੰਕਾਰੀ ਨਹੀਂ ਹੈ। ਵਿਕਾਰਾਂ ਤੋਂ ਜੋ ਬਚ ਗਿਆ ਉਸ ਨੂੰ ਸੰਤ ਕਿਹਾ ਜਾਂਦਾ ਹੈ, ਕੋਈ ਮਾਮੂਲੀ ਲਫ਼ਜ਼ ਨਹੀਂ ਹੈ ਇਹ। ਉਹ ਚਾਰ ਚੇਲੇ ਰੱਖ ਕੇ ਸੰਤ ਲਫ਼ਜ਼ ਜਿਹੜਾ ਮਰਜ਼ੀ ਵਰਤ ਲਵੇ, ਇਹ ਵੱਖਰਾ ਵਿਸ਼ਾ ਹੈ। ਲੋਕਾਂ ਦਾ ਸੰਤ ਹੋ ਸਕਦਾ ਲਿਬਾਸ ਕਰਕੇ ਹੋਵੇ ਵੀ ਉਹਨੇ ਬਾਣਾ ਪਾਇਆ, ਉਹ ਸੰਤ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਜੋ ਸ਼ਾਂਤ ਹੈ, ਇੰਦਰੇ ਕਾਬੂ ਵਿੱਚ ਨੇ, ਮਨ ਜਿਸ ਨੇ ਜਿੱਤਿਆ ਹੈ, ਉਹ ਅਕਾਲ ਪੁਰਖ ਦੇ ਦਰ ਦਾ ਸੰਤ ਹੈ। ਮਨ ਨੂੰ ਕਾਬੂ ਕਰਨ ਦਾ, ਇਸ ਹਾਥੀ ਨੂੰ ਕਾਬੂ ਕਰਨ ਦਾ ਕੁੰਡਾ ਹੈ ਨਾਮ। ਗੁਰੂ ਗ੍ਰੰਥ ਸਾਹਿਬ ਨੇ ਡੈਫੀਨੇਸ਼ਨ ਦਿੱਤੀ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਗਿਰਾਸ ਬੁਰਕੀ ਨੂੰ ਕਹਿੰਦੇ ਨੇ, ਸਵਾਸ ਸਾਹ ਨੂੰ ਕਹਿੰਦੇ ਨੇ। ਹਰ ਸਾਹ ਦੇ ਨਾਲ, ਹਰ ਬੁਰਕੀ ਦੇ ਨਾਲ, ਨਿਵਾਲੇ ਦੇ ਨਾਲ ਜਿਸ ਨੇ ਅਕਾਲ ਪੁਰਖ ਦਾ ਨਾਮ ਜਪਿਆ, ਨਾਮ ਜਪ ਕੇ ਮਨ ਨੂੰ ਕਾਬੂ ਵਿੱਚ ਕੀਤਾ, ਉਹ ਧੰਤਾ ਦੇ ਜੋਗ, ਜੈ ਜੈਕਾਰ ਦੇ ਕਾਬਿਲ ਹੈ ਸੰਤ। ਐਸੇ ਮਹਾਂਪੁਰਸ਼ ਬਾਬਾ ਮਹਾ ਹਰਨਾਮ ਸਿੰਘ ਜੀ ਹੋਏ ਨੇ। ਐਸੇ ਮਹਾਂਪੁਰਸ਼ ਬ੍ਰਹਮਵੇਤੇ ਸੰਤ ਅਤਰ ਸਿੰਘ ਜੀ ਹੋਏ ਨੇ। ਐਸੇ ਹੀ ਮਹਾਂਪੁਰਸ਼ ਬਾਬਾ ਆਨੰਦ ਸਿੰਘ ਹੋਏ ਨੇ, ਬਾਬਾ ਈਸਰ ਸਿੰਘ ਹੋਏ ਨੇ, ਬਾਬਾ ਜਰਨੈਲ ਸਿੰਘ ਹੋਏ ਨੇ। ਤੁਸੀਂ ਗਿਣਦੇ ਜਾਓ ਉਂਗਲਾਂ ਤੇ, ਤੁਹਾਨੂੰ ਐਸੇ ਬੇਅੰਤ ਮਹਾਂਪੁਰਸ਼ ਮਿਲਣਗੇ ਜਿਨ੍ਹਾਂ ਨਾਮ ਦੇ ਕੁੰਡੇ ਨਾਲ ਮਨ ਦਾ ਹਾਥੀ ਕਾਬੂ ਕਰ ਲਿਆ। ਤੇ ਜਿਸ ਪਾਕ ਜਗ੍ਹਾ ਤੇ ਬੈਠੇ ਹੋ, ਸੰਤ ਬਾਬਾ ਪ੍ਰੀਤਮ ਸਿੰਘ ਜੀ ਇਹਨਾਂ ਹੀ ਰੂਹਾਂ ਵਿੱਚੋਂ ਐਸੀ ਰੂਹ ਹੋਏ ਨੇ ਜਿਨ੍ਹਾਂ ਨੂੰ ਉਪਰਾਮਤਾ ਹਾਸਲ ਸੀ। ਖੈਰ, ਜੇ ਤੁਸੀਂ ਉਹਨਾਂ ਦਾ ਜੀਵਨ ਪੜ੍ਹੋ ਨਾ, ਤੁਸੀਂ ਦਿੱਲੀ ਵਾਲੇ ਮਹਾਂਪੁਰਸ਼ਾਂ ਬਾਬਤ ਜਾਣਦੇ ਹੋ। ਕਾਰ ਸੇਵਾ ਦੇ ਪੁੰਜ ਸਨ। ਜਿਸ ਮਹਾਨ ਸੰਪਰਦਾਇ ਦਾ ਕਾਰ ਸੇਵਾ ਦਾ ਆਗਾਜ਼ ਬਾਬਾ ਬੀਰਮਦਾਸ ਜੀ ਦੀ ਕਿਰਪਾ ਦੇ ਸਦਕਾ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ ਹੁਣਾਂ ਨੇ ਕੀਤਾ। ਅਗਾਂਹ ਜਿੰਨੇ ਵੀ ਉਹਨਾਂ ਦੇ ਸੇਵਾਦਾਰ ਸਨ, ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ, ਉਹ ਸਾਰੇ ਹੀ ਮਹਾਂਪੁਰਸ਼ ਹੋ ਨਿਬੜੇ। ਔਰ ਉਹਨਾਂ ਮਹਾਂਪੁਰਸ਼ਾਂ ਨੇ ਬੇਅੰਤ ਗੁਰਧਾਮਾਂ ਦੀ ਸੇਵਾ ਕਰਵਾਈ। ਐਸੇ ਮਹਾਂਪੁਰਸ਼ਾਂ ਚੋਂ ਇੱਕ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਗੁਰ ਭਾਈ ਸਨ ਬਾਬਾ ਪ੍ਰੀਤਮ ਸਿੰਘ ਜੀ। ਇਕੱਠਿਆਂ ਸੇਵਾ ਕੀਤੀ, ਇਕੱਠਿਆਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ। ਵੇਖੋ, ਗੁਰਮੁਖਾਂ ਦੇ ਯਾਰ ਗੁਰਮੁਖ ਹੀ ਹੁੰਦੇ ਨੇ, ਮਨਮੁਖਾਂ ਨਾਲ ਯਾਰੀ ਨਹੀਂ ਪੈਂਦੀ। ਕਾਰਨ ਹੈ ਸੁਭਾਅ ਨਹੀਂ ਰਲਦੇ। ਜਿੱਦਾਂ ਅਮਲੀਆਂ ਦੇ ਯਾਰ ਅਮਲੀ ਤੇ ਠੱਗਾਂ ਦੇ ਯਾਰ ਠੱਗ, ਤੇ ਸਾਧਾਂ ਦੇ ਯਾਰ ਸਾਧ ਹੀ ਹੁੰਦੇ ਨੇ। ਬਾਣੀ ਦਾ ਫੁਰਮਾਨ ਹੈ, ਗੁਰਮੁਖ ਮੀਤ ਚਲੋ ਗੁਰ ਚਾਲੀ। ਗੁਰਮੁਖ ਕਹਿੰਦਾ ਹੈ, ਆ ਸੱਜਣਾ, ਤੇਰਾ ਸੁਭਾਅ ਮੇਰੇ ਨਾਲ ਰਲਦਾ ਹੈ, ਮੈਂ ਵੀ ਗੁਰੂ ਦੇ ਚਲਾਏ ਰਸਤੇ ਦਾ ਪਾਂਧੀ ਹਾਂ, ਤੂੰ ਵੀ ਚੱਲ, ਇਕੱਠੇ ਚੱਲਦੇ ਹਾਂ, ਇਕੱਠੇ ਸੇਵਾ ਕਰਦੇ ਹਾਂ, ਇਕੱਠੇ ਗੁਰੂ ਨਾਨਕ ਦੇ ਗੀਤ ਗਾਉਂਦੇ ਹਾਂ, ਜੀਵਨ ਐਸਾ ਬਣਾਉਂਦੇ ਹਾਂ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਦੇ ਹੁਕਮ ਵਿੱਚ ਚੱਲ ਕੇ ਹਰਿਆ ਭਰਿਆ ਕਰਨ ਵਾਲੇ ਪਰਮਾਤਮਾ ਦੀ ਅਕਥ ਕਥਾ ਨੂੰ ਹਿਰਦੇ 'ਚ ਵਸਾ ਕੇ ਜੀਵਨ ਸਫਲਾ ਕਰੀਏ। ਸੁਭਾਅ ਰਲਦੇ ਸਨ, ਇਕੱਠਿਆਂ ਹੀ ਮਹਾਂਪੁਰਸ਼ ਸੇਵਾ ਕਰਦੇ ਰਹੇ ਨੇ। ਔਰ ਬਾਬਾ ਪ੍ਰੀਤਮ ਸਿੰਘ ਹੁਣਾਂ ਦਾ ਜੀਵਨ ਕੁਝ ਐਸਾ ਹੈ ਜਿਹੜਾ ਆਮ ਇਨਸਾਨ ਲਈ ਧਾਰ ਲੈਣਾ ਬੜਾ ਕਠਿਨ ਹੈ। ਵੇਖੋ, ਸਾਧੂਆਂ ਦੀ ਜਿਹੜੀ ਪਹੁੰਚ ਹੈ,
ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕਹਿੰਦੇ ਤੂੰ ਜਾਗਦਾ ਹੈ, ਬੈਠਾ ਹੈ, ਨਾਮ ਜਪਿਆ ਕਰ। ਸੁੱਤਾ ਹੈ ਨਾ, ਜਦੋਂ ਸਾਰਾ ਦਿਨ ਨਾਮ ਜਪੇਗਾ ਤੂੰ ਬੁੜਬੜਾਵੇਂਗਾ ਵੀ ਨਾਮ, ਸੁਪਨੇ ਵੀ ਨਾਮ ਦੇ ਆਉਣਗੇ। ਇਦਾਂ ਹੀ ਹੈ ਨਾ, ਜਿਸ ਨੂੰ ਸਾਰਾ ਦਿਨ ਯਾਦ ਕਰੋ ਉਹੀ ਸੁਪਨੇ 'ਚ ਆ ਜਾਂਦਾ ਹੈ। ਇਹ ਸਾਡੇ ਲੋਕਾਂ ਲਈ ਇੱਕ ਉਪਦੇਸ਼ ਹੈ। ਜਿਹੜੇ ਕਹਿ ਦਿੰਦੇ ਨਾ ਜੀ ਮੈਂ ਤੇ ਕੰਮ ਕਰਨਾ ਹੁੰਦਾ, ਬਾਣੀ ਕਿਵੇਂ ਪੜ੍ਹਾਂ, ਉਹ ਧਿਆਨ ਦਿਓ। ਊਠਤ ਬੈਠਤ ਸੋਵਤ ਧਿਆਈਐ। ਹੁਣ ਸੌ ਕੇ ਯਾਦ ਕਰਨ ਦਾ ਮਤਲਬ ਕੀ ਹੈ? ਜਿਹਨੂੰ ਦਿਨ ਰਾਤ ਗਾਇਆ ਹੈ ਉਹ ਸੁਪਨੇ ਵਿੱਚ ਵੀ ਆ ਜਾਂਦਾ ਹੈ। ਮਾਰਗ ਚਲਤ ਹਰੇ ਹਰ ਗਾਈਐ। ਕਿਤੇ ਚੱਲਿਆ, ਵਾਂਢੇ ਚੱਲਿਆ, ਕੋਈ ਸ਼ਹਿਰ ਚੱਲਿਆ, ਕਿਸੇ ਕੰਮਕਾਰ ਚੱਲਿਆ, ਕਹਿੰਦੇ ਤੁਰਿਆ ਜਾਂਦਾ ਵੀ ਜਪਦਾ ਜਾ, ਯਾਦ ਕਰ ਉਸਨੂੰ। ਸ਼ਰਵਨ ਸੁਨੀਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲਥਾ। ਕੰਨਾਂ ਨਾਲ ਵੀ ਯਤਨ ਕਰਨਾ ਹੈ, ਝੂਠ ਨਹੀਂ ਸੁਣਨਾ, ਮਹਾਂਪੁਰਸ਼ਾਂ ਦੀ ਨਿੰਦਾ ਨਹੀਂ ਸੁਣਨੀ, ਸਾਕਤ ਦੇ ਬਚਨ ਨਹੀਂ ਸੁਣਨੇ, ਅਕਾਲ ਪੁਰਖ ਦੇ ਗੀਤ ਹੀ ਸੁਣਨੇ ਨੇ। ਸ਼ਬਦ ਸੁਣਨਾ ਹੈ, ਬਾਣੀ ਸੁਣਨੀ ਹੈ, ਅੰਮ੍ਰਿਤਮਈ ਬੋਲ ਸੁਣਨੇ ਨੇ। ਕਹਿੰਦੇ ਤੈਨੂੰ ਇਹਦਾ ਫਾਇਦਾ ਦੱਸਦੇ ਆ ਕੀ ਹੋਵੇਗਾ। ਮਨ ਹੋਏ ਆਨੰਦਾ, ਮਨ ਡਿਪਰੈਸ਼ਨ ਤੋਂ, ਚਿੰਤਾਵਾਂ ਤੋਂ ਬਚੇਗਾ, ਆਨੰਦ ਵਿੱਚ ਤੁਸੀਂ ਰਹੋਗੇ। ਦੁੱਖ ਰੋਗ, ਤਨ ਨੂੰ ਜਿੰਨੇ ਵੀ ਰੋਗ ਨੇ, ਕਈ ਵਾਰ ਮੈਡੀਕਲ ਸਾਇੰਸ ਜਵਾਬ ਦੇ ਦਿੰਦੀ ਹੈ ਵੀ ਤੇਰਾ ਇਲਾਜ ਨਹੀਂ ਹੈਗਾ ਸਾਡੇ ਕੋਲ। ਉਦੋਂ ਫਿਰ ਆਈ ਗੁਰੂ ਨਾਨਕ ਦੇ ਚਰਨਾਂ ਵਿੱਚ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਤੇਰਾ ਦੁੱਖ ਫਿਰ ਗੁਰੂ ਕੱਟੇਗਾ। ਕਹਿੰਦੇ ਨਾਮ ਜਪਦਿਆਂ, ਨਾਮ ਨੂੰ ਸੁਣਦਿਆਂ ਮਨ ਆਨੰਦ ਵਿੱਚ ਰਵੇਗਾ, ਚਿੰਤਾ ਤੋਂ ਰਹਿਤ ਹੋ ਜਾਵੇਗਾ, ਤਨ ਰੋਗਾਂ ਤੋਂ ਰਹਿਤ ਹੋ ਜਾਵੇਗਾ, ਜੀਵਨ ਚੋਂ ਦੁੱਖ ਚਲੇ ਜਾਣਗੇ। ਲਫ਼ਜ਼ ਵਰਤਿਆ ਸਗਲੇ ਲੱਥਾ, ਸਾਰੇ ਹੀ। ਮੈਡੀਕਲ ਸਾਇੰਸ ਜਵਾਬ ਦੇ ਦਿੰਦੀ ਹੈ ਵੀ ਸਾਡੇ ਕੋਲ 50% ਰੋਗਾਂ ਦਾ ਇਲਾਜ ਹੈ, ਸਾਰਿਆਂ ਦਾ ਨਹੀਂ। ਪਰ ਗੁਰੂ ਦੀ ਬਾਣੀ ਐਸੀ ਦਵਾਈ ਹੈ, ਐਸੀ ਮੈਡੀਸਨ ਹੈ, ਕਹਿੰਦੇ ਸਗਲੇ ਲੱਥਾ, ਦੁੱਖ ਰੋਗ ਮਨ ਸਗਲੇ ਲੱਥਾ, ਸਾਰੇ ਹੀ ਰੋਗਾਂ ਸੋਗਾਂ ਦਾ ਇਲਾਜ ਕਰ ਦਿੰਦੀ ਹੈ ਬਾਣੀ ਦਾ ਪ੍ਰਤਾਪ। ਹੁਣ ਕਿਰਤੀਆਂ ਦੀ ਗੱਲ ਕਰਦੇ ਨੇ। ਤੁਸੀਂ ਦੁਕਾਨਦਾਰ ਹੋ, ਖੇਤੀ ਕਰਦੇ ਹੋ, ਕੋਈ ਵੀ ਕਰਮ ਕਰਦੇ ਹੋ, ਕਹਿੰਦੇ ਕਾਰਜ ਕਾਮ ਬਾਟ ਘਾਟ ਜਪੀਜੈ। ਤੂੰ ਕੋਈ ਵੀ ਕਰਮ ਕਰਦਾ ਹੈ ਨਾ, ਕਹਿੰਦੇ ਕੰਮ ਕਰਦਿਆਂ ਵੀ ਉਸ ਦਾ ਨਾਮ ਗਾਇਆ ਕਰ। ਨਹੀਂ ਗਾ ਸਕਦਾ, ਕਈਆਂ ਦੀ ਜੌਬ ਇਸ ਤਰ੍ਹਾਂ, ਮੰਨ ਲਓ ਕੋਈ ਦੁਕਾਨ ਵਿੱਚ ਕੈਸ਼ੀਅਰ ਹੈ, ਉਹਨੂੰ ਗਾਹਕ ਨਾਲ ਗੱਲ ਕਰਨੀ ਪੈਂਦੀ ਹੈ। ਕੋਈ ਇਮੀਗ੍ਰੇਸ਼ਨ ਆਫਿਸਰ ਹੈ, ਉਹਨੂੰ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ। ਕਹਿੰਦੇ ਅੰਦਰ ਚੇਤੇ ਰੱਖ। ਸੌਖੀ ਉਦਾਹਰਣ ਹੈ, ਮਾਂ ਨੂੰ ਕਦੇ ਪੁੱਛਿਓ ਵੀ ਕਾਕਾ ਯਾਦ ਆਉਂਦਾ ਹੀ ਵਲੈਤ ਗਿਆ, ਆਖੇਗੀ ਯਾਦ ਉਹ ਆਵੇ ਜਿਹੜਾ ਭੁੱਲਿਆ ਹੋਵੇ, ਉਹ ਤੇ ਦਿਲ ਵਿੱਚ ਵੱਸਦਾ ਹੈ। ਮਾਂ ਦੇ ਬੱਚਾ ਦਿਲ ਵਿੱਚ ਵੱਸਦਾ ਹੈ, ਆਂਦਰਾਂ ਦਾ ਮੋਹ ਹੁੰਦਾ ਹੈ। ਕਹਿੰਦੇ ਆਪਣੀ ਕਿਰਤ ਕਰਦਿਆਂ ਵੀ ਜਪਿਆ ਕਰ। ਜਿਵੇਂ ਇੱਕ ਕਹਾਵਤ ਹੈ ਨਾ ਵੀ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ। ਹੱਥਾਂ ਨਾਲ ਕਿਰਤ ਕਰ, ਅੰਦਰ ਅਕਾਲ ਪੁਰਖ ਨੂੰ ਚੇਤੇ ਰੱਖ। ਅੱਗੇ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਗੁਰੂ ਦੀ ਕਿਰਪਾ ਨਾਲ ਤੇਰਾ ਜੀਵਨ ਅੰਮ੍ਰਿਤਮਈ ਹੋ ਜਾਵੇਗਾ। ਨਾਮ ਰੂਪੀ ਅੰਮ੍ਰਿਤ ਹਰ ਸਮੇਂ ਪੀਆ ਕਰ, ਤੇਰੇ ਜੀਵਨ ਚੋਂ ਦੁੱਖ ਕਲੇਸ਼ ਚਲੇ ਜਾਣਗੇ। ਹੁਣ ਦਿਨ ਰਾਤ ਜਪਣ ਵਾਲੇ ਦੀ ਵਡਿਆਈ ਕਰਦੇ ਹੋਏ ਕਹਿੰਦੇ ਨੇ ਆਠ ਪਹਿਰ ਜਿਸ ਵਿਸਰਹਿ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ।
ਜਿਹਨੂੰ ਅੱਠੋਂ ਪਹਿਰ ਪਰਮਾਤਮਾ ਦਾ ਨਾਮ ਯਾਦ ਰਹਿੰਦਾ ਹੈ, ਕਹਿੰਦੇ ਉਹ ਆਪ ਤੇ ਮੁਕਤੀ ਹੈ। ਗਤ ਹੋਵੇ ਨਾਨਕ ਤਿਸ ਲਗ ਪਾਈ, ਉਹਦੇ ਚਰਨਾਂ ਵਿੱਚ ਚਲਿਆ ਜਾ, ਉਹ ਆਪ ਮੁਕਤ ਹੈ। ਐਮੈਂਸੀਪੇਸ਼ਨ ਸ਼ੁੱਡ ਬੀ ਅਟੇਨਡ, ਤੈਨੂੰ ਵੀ ਮੁਕਤ ਕਰ ਦਵੇਗਾ। ਹੁਣ ਜਿਹੜਾ ਮਲਾਹ ਹੁੰਦਾ ਨਾ, ਉਹ ਕੱਲਾ ਪਾਰ ਨਹੀਂ ਲੰਘਦਾ, ਉਹ ਕਈਆਂ ਨੂੰ ਪਾਰ ਲੈ ਜਾਂਦਾ ਹੈ। ਸੰਤ ਦੀ ਇਹ ਮਹਿਮਾ ਹੈ, ਉਹ ਮੁਕਤ ਹੈ, ਬਾਣੀ ਨਾਲ ਨਿਜਾਤ ਹਾਸਲ ਕਰ ਲਈ ਹੈ ਉਸਨੇ। ਐਸਾ ਜੀਵਨ ਬਾਬਾ ਪ੍ਰੀਤਮ ਸਿੰਘ ਹੁਣਾਂ ਦਾ, ਦਿਨ ਰਾਤ ਬਾਣੀ ਪੜ੍ਹਨੀ, ਦਿਨ ਰਾਤ ਭਜਨ ਵਿੱਚ ਲੱਗੇ ਰਹਿਣਾ, ਇਬਾਦਤ ਕਰਨੀ, ਬੰਦਗੀ ਕਰਨੀ, ਹੱਥਾਂ ਨਾਲ ਸੇਵਾ ਗੁਰਧਾਮਾਂ ਦੀ ਕਰਨੀ, ਤੇ ਅੰਦਰ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕਿਆ ਰਹਿਣਾ। ਇਹ ਤੁਹਾਡੇ ਮੇਰੇ ਨਾਲੋਂ ਇਹਨਾਂ ਦੀ ਕਥਾ ਕੁਝ ਵੱਖਰੀ ਹੁੰਦੀ ਹੈ। ਇਹਨਾਂ ਸਾਧਾਂ ਦੀ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ, ਨਿਰਾਰੀ ਰੇ ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਕਹਿੰਦੇ ਪਰਮਾਤਮਾ ਦੇ ਸੰਗੀ ਨੇ, ਹਰ ਸਮੇਂ ਪਰਮਾਤਮਾ ਨੂੰ ਪਾਸ ਜਾਣਦੇ ਨੇ। ਇਹ ਕਰਮਗਤ ਦੇ ਅਧੀਨ ਨਹੀਂ, ਇਹ ਕਰਮ ਭੋਗਣ ਨਹੀਂ ਆਉਂਦੇ ਵੀ ਚੰਗੇ ਕੀਤੇ ਤੇ ਖੁਸ਼ ਰਹੇ, ਸੁਖ ਮਾਣਿਆ, ਮੰਦੇ ਕੀਤੇ ਤੇ ਦੁੱਖ ਭੋਗਿਆ। ਕਹਿੰਦੇ ਨਹੀਂ, ਇਹ ਮੁਕਤ ਰੂਹਾਂ ਨੇ ਜੋ ਦੁਨੀਆ ਦੇ ਭਲੇ ਲਈ ਆਉਂਦੀਆਂ ਨੇ। ਆਮ ਹੀ ਇੱਕ ਉਦਾਹਰਣ ਹੈ, ਕਿਸੇ ਸਕੂਲ ਵਿੱਚ ਜਾਓ ਨਾ, ਚਾਰ ਦੀਵਾਰੀ ਵਿੱਚ, ਉੱਥੇ ਇੱਕ ਹੋਸਟਲ ਹੈ, ਤੇ ਹੋਸਟਲ ਦੇ ਵਿੱਚ ਬੱਚੇ ਨੇ, ਉਹ ਟੀਚਰ ਦੇ ਹੁਕਮ ਤੋਂ ਬਿਨਾਂ ਬਾਹਰ ਨਹੀਂ ਜਾ ਸਕਦੇ। ਜਿਹੜੇ ਹੋਸਟਲ ਵਿੱਚ ਰਹਿੰਦੇ ਨੇ ਨਾ, ਉਸੇ ਚਾਰ ਦੀਵਾਰੀ ਵਿੱਚ ਟੀਚਰ ਵੀ ਪੜ੍ਹਾਉਂਦੇ ਨੇ, ਪਰ ਉਹ ਹੁਕਮ ਵਿੱਚ ਕਿਸੇ ਦੇ ਨਹੀਂ, ਮਰਜ਼ੀ ਨਾਲ ਉਹ ਆ ਕੇ ਪੜ੍ਹਾਉਂਦੇ ਨੇ ਬੱਚਿਆਂ ਨੂੰ, ਮਰਜ਼ੀ ਨਾਲ ਉਹ ਚਲੇ ਜਾਂਦੇ ਨੇ। ਉੱਥੋਂ ਦਾ ਪ੍ਰਿੰਸੀਪਲ ਹੈ, ਕਿਸੇ ਦੇ ਹੁਕਮ ਵਿੱਚ ਨਹੀਂ ਹੈ। ਉਹ ਬੱਚਿਆਂ ਨੂੰ ਸੇਧ ਦੇਣ ਆਉਂਦਾ ਹੈ, ਔਰ ਉਸ ਨੂੰ ਨਜਾਤ ਹਾਸਲ ਹੈ। ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਉਹ ਜਾਂਦੇ ਨੇ, ਪਰ ਬੱਚਿਆਂ ਤੇ ਬੰਦਿਸ਼ ਹੈ ਵੀ ਉਹਨਾਂ ਨੂੰ ਇੱਕ ਕਾਨੂੰਨ ਦੇ, ਇੱਕ ਲਾਅ ਦੇ, ਜੋ ਸਕੂਲ ਦਾ ਬਣਿਆ ਹੈ, ਅਧੀਨ ਚੱਲਣਾ ਪੈਂਦਾ ਹੈ। ਇਹ ਸੰਸਾਰ ਸਾਗਰ ਨੂੰ ਸਕੂਲ ਸਮਝ ਲੈ। ਆਪਾਂ ਇੱਥੇ ਦਾਖਲ ਹੋਏ ਆ, ਬੱਚਾ ਵਧੀਆ ਪੜ੍ਹੇ ਤੇ ਖੇੜੇ ਵਿੱਚ ਇਨਾਮ ਹਾਸਲ ਕਰਦਾ ਹੈ, ਪ੍ਰਾਈਜ਼ ਹਾਸਲ ਕਰਦਾ ਹੈ। ਮੰਦਾ ਪੜ੍ਹੇ ਤੇ ਫਿਰ ਸੋਟੀਆਂ ਪ੍ਰੈਣੀਆਂ ਵੱਜਦੀਆਂ ਟੀਚਰ ਤੋਂ। ਤੇਰੇ ਕਰਮ ਚੰਗੇ ਨੇ, ਨਜਾਤ ਪਾਵੇਂਗਾ, ਮੁਕਤੀ ਪਾਵੇਂਗਾ, ਖੇੜੇ ਵਿੱਚ ਰਵੇਂਗਾ। ਮੰਦੇ ਨੇ ਤੇ 84 ਲੱਖ ਜੂਨਾਂ ਦਾ ਗੇੜ ਹੈ, ਸਜ਼ਾ ਹੈ, 1,84 ਜੋਨ ਭਰਮਾਇਆ, ਇਹ ਸਜ਼ਾ ਮਿਲਦੀ ਹੈ। ਇਹ ਸਾਧੂ, ਇਹ ਸੰਤ ਉਸ ਪ੍ਰਿੰਸੀਪਲ ਵਰਗੇ ਨੇ ਜਿਹੜੇ ਕੇਵਲ ਇਹਨਾਂ ਬੱਚਿਆਂ ਦੀ, ਦੁਨਿਆਵੀ ਲੋਕਾਂ ਦੀ ਹਾਲਤ ਨੂੰ ਸੁਧਾਰਨ ਲਈ, ਸਿੱਧੇ ਰਸਤੇ ਪਾਉਣ ਲਈ ਆਉਂਦੇ ਨੇ। ਬੰਦਿਸ਼ ਕੋਈ ਨਹੀਂ ਹੈ। ਸੋ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ। ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਮੁਕਤ ਹੁੰਦੇ ਨੇ, ਦੁਨੀਆ ਦੇ ਭਲੇ ਲਈ ਆਉਂਦੇ ਨੇ। ਸੁਣ ਮੀਤਾ, ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ। ਅਸਚਰਜ ਕਥਾ ਹੈ। ਇੱਕ ਬੜਾ ਸੁੰਦਰ ਜ਼ਿਕਰ ਨਿਤਨੇਮ ਵਿੱਚ ਮਿਲਦਾ ਹੈ। ਪੜ੍ਹਦੇ ਹੋ ਨਾ ਆਨੰਦ ਸਾਹਿਬ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਕਹਿੰਦੇ ਸਾਧਾਂ ਦੀ ਚਾਲ ਵੱਖਰੀ ਹੈ ਦੁਨੀਆ ਨਾਲੋਂ। ਤੇ ਹੁਣ ਤੁਸੀਂ ਆਖੋਗੇ ਵੀ ਕੀ ਵੱਖਰੀ ਕਿਉਂ ਹੈ? ਲਾਂਗ ਵੱਡੀ ਪੁੱਟਦੇ ਨੇ ਕਿ ਛੋਟੀ ਪੁੱਟਦੇ ਨੇ ਕਿ ਲੰਗ ਮਾਰਦੇ ਨੇ? ਇਹ ਮਤਲਬ ਨਹੀਂ ਹੈ। ਜਾਂ ਕੋਈ ਅਹੰਕਾਰ ਵਿੱਚ ਤੁਰਦੇ ਨੇ, ਜਾਂ ਨਿਰਮਾਣਤਾ ਵਿੱਚ ਤੁਰਦੇ ਨੇ। ਕੋਈ ਲੱਤਾਂ ਵਿੱਚ ਫਰਕ ਹੈ, ਇੱਕ ਅੱਧੇ ਇੰਚ ਦਾ ਨਹੀਂ। ਚਾਲ ਨਿਰਾਲੀ ਤੋਂ ਭਾਵ ਹੈ ਆਚਰਣ ਨਿਰਾਲਾ ਹੈ। ਰਹਿਣ ਬਹਿਣ ਉਹਨਾਂ ਦਾ ਸਾਡੇ ਨਾਲੋਂ ਵੱਖਰਾ ਹੈ। ਹੈ ਔਖਾ, ਬਿਖਮ ਮਾਰਗ ਚੱਲਣਾ, ਉਹ ਰਸਤਾ ਔਖਾ ਹੈ।
ਕਹਿੰਦੇ ਕੀ ਮੁਸ਼ਕਲ ਹੈ ਉੱਥੇ? ਉਸ ਰਸਤੇ ਤੇ ਚੱਲਣ ਵਾਲੇ ਨੂੰ ਹੰਕਾਰ ਛੱਡਣਾ ਪੈਂਦਾ ਹੈ। ਅਸੀਂ ਨਹੀਂ ਛੱਡ ਪਾਉਂਦੇ। ਕਿਸੇ ਨੂੰ ਜਾਤ ਦਾ ਹੰਕਾਰ ਹੈ, ਕਿਸੇ ਨੂੰ ਤਖਤ ਦਾ ਹੰਕਾਰ ਹੈ, ਕਿਸੇ ਨੂੰ ਮਾਇਆ ਦਾ ਹੰਕਾਰ ਹੈ। ਉਸ ਰਸਤੇ ਤੇ ਲੋਭ ਛੱਡਣਾ ਪੈਂਦਾ ਹੈ, ਅਸੀਂ ਨਹੀਂ ਛੱਡ ਪਾਉਂਦੇ। ਕਿਰਤ ਕਰਦੇ ਆ, ਕਮਾਉਨੇ ਆ, ਘਰ ਆਉਨੇ ਆ ਤੇ ਇੱਕ ਫੁਰਨਾ ਹੁੰਦਾ ਵੀ ਸਾਰੇ ਸ਼ਹਿਰ ਦਾ ਲੁੱਟ ਕੇ ਖਾ ਜਾਈਏ, ਸਭ ਨੂੰ ਉੱਚਾ ਮਹਿਲ ਸਾਡਾ ਹੋਵੇ, ਬਾਕੀ ਮਰਨ ਭੁੱਖੇ। ਇਹ ਲੋਭ ਛੱਡਣਾ ਪੈਂਦਾ ਹੈ ਉਸ ਰਸਤੇ ਤੇ, ਹੰਕਾਰ ਛੱਡਣਾ ਪੈਂਦਾ ਹੈ, ਤ੍ਰਿਸ਼ਨਾ ਤੋਂ ਦੂਰ ਹੋਣਾ ਪੈਂਦਾ ਹੈ, ਔਰ ਘੱਟ ਬੋਲਣਾ, ਭਾਵ ਦੁਨਿਆਵੀ ਕਾਰ ਵਿਵਹਾਰ ਦੇ ਬਚਨ ਨਹੀਂ ਕਰਨੇ, ਨਾਮ ਜਪਣਾ ਹੈ। ਹੁਣ ਇਹ ਕਰਮ ਕਰਨਾ ਇੰਨਾ ਔਖਾ ਹੈ ਜਿਵੇਂ ਕੋਈ ਖੰਡੇ ਦੀ ਧਾਰ ਤੇ ਚੱਲਦਾ ਹੋਵੇ। ਕੇਸਾਂ ਵਰਗੀ, ਵਾਲ ਵਰਗੀ ਬਰੀਕ ਧਾਰ ਹੋਵੇ, ਤਿੱਖੀ ਧਾਰ ਹੋਵੇ ਖੰਡੇ ਦੀ। ਸਾਧ ਦਾ ਜੀਵਨ ਇੱਦਾਂ ਦਾ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ। ਹੁਣ ਕਿਤੇ ਸੌਖਾ ਪਿਆ ਤੜਕੇ 1-2 ਵਜੇ ਉੱਠ ਕੇ ਨਾਮ ਸਿਮਰਨ ਕਰਨਾ, ਅਭਿਆਸ ਕਰਨਾ, ਸਾਰੀ ਦਿਹਾੜੀ ਸਾਦਾ ਭੋਜਨ ਛਕਣਾ ਤੇ ਗੁਰੂ ਘਰ ਸੇਵਾ ਕਰਦੇ ਰਹਿਣਾ, ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨਾ, ਗੁਰੂ ਘਰ ਦਾ ਧਨ ਗੁਰੂ ਘਰ ਦੀਆਂ ਇਮਾਰਤਾਂ ਤੇ ਲਾਉਣਾ, ਆਪ ਸਾਦਗੀ ਵਿੱਚ ਰਹਿਣਾ। ਕਹਿੰਦੇ ਉਹ ਰਸਤਾ ਬੜਾ ਔਖਾ ਹੈ। ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ, ਵਾਲੋਂ ਨਿੱਕੀ, ਏਥ ਮਾਰਗ ਜਾਣਾ। ਇਹ ਖੰਡੇ ਦੀ ਧਾਰ ਤੇ ਤੁਰਨ ਵਰਗਾ ਜੀਵਨ ਹੈ ਸਾਧਾਂ ਦਾ। ਹੁਣ ਅੱਗੇ ਕਹਿੰਦੇ ਨੇ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ, ਸਮਾਣੀ ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ। ਨਿਰਾਲੀ ਗੁਰੂ ਦੀ ਕਿਰਪਾ ਨਾਲ ਇਸ ਖੰਡੇ ਦੀ ਧਾਰ ਤੇ ਚੱਲਿਆ ਜਾ ਸਕਦਾ ਹੈ, ਔਰ ਹਰ ਯੁੱਗ ਦੇ ਵਿੱਚ ਇਹੀ ਭਗਤਾਂ ਦੀ ਚਾਲ ਹੈ, ਇਹੀ ਆਚਰਣ ਹੈ, ਇਹੀ ਜੀਵਨ ਹੈ। ਕਿਹੜਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਉਹਨਾਂ ਛੱਡਿਆ ਹੈ। ਭਗਤਾਂ ਸੰਤਾਂ ਦਾ ਸੰਸਾਰ ਅੰਦਰ ਵਿਵਹਾਰ ਐਸਾ ਹੈ, ਸੰਸਾਰ 'ਚ ਰਹਿੰਦੇ ਵੀ ਮਾਇਆ ਤੋਂ ਨਿਰਲੇਪ ਨੇ। ਜਿਵੇਂ ਛੱਪੜ ਦੇ ਵਿੱਚ ਪੈਦਾ ਹੋ ਕੇ ਵੀ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਬਾਬਾ ਪ੍ਰੀਤਮ ਸਿੰਘ ਜੀ ਦਾ ਜੀਵਨ ਕੁਝ ਐਸਾ ਸੀ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਤਾਂ ਦੀ ਐਸੀ ਡੈਫੀਨੇਸ਼ਨ ਦਿੰਦੇ ਨੇ, ਨਿਰਲੇਪ ਜੀਵਨ ਵਾਲੇ ਮਹਾਪੁਰਸ਼, ਜਿਨ੍ਹਾਂ ਦਾ ਜੀਵਨ ਨਿਰਲੇਪ ਹੈ। ਬੜੇ ਗੁਰਧਾਮਾਂ ਦੀ ਸੇਵਾ ਕਰਵਾਈ, ਘਰ-ਬਾਰ ਦਾ ਤਿਆਗ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਗਏ। ਇਹ ਪਾਕ ਜਗ੍ਹਾ ਜਿੱਥੇ ਬੈਠੇ ਹੋ ਚੱਲਾ ਸਾਹਿਬ, ਇਹ ਕਿਹਦੀ ਜਗ੍ਹਾ ਹੈ? ਇਸ ਪਾਕ ਰੂਹੇ ਜ਼ਮੀਨ ਤੇ ਕਿਸ ਦੇ ਕਦਮ ਪਏ ਨੇ? ਜਿਹਨੂੰ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਦੇ ਸਰਗੁਣ ਸਰੂਪ, ਦੈਟ ਟ੍ਰਾਂਸੈਂਡੈਂਟ ਲਾਰਡ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਉਹ ਖੁਦਾ ਗੁਰੂ ਨਾਨਕ ਬਣ ਕੇ ਆਇਆ ਤੇ ਤੁਹਾਡੇ ਸਿਰਸੇ ਉਸਨੇ ਚਰਨ ਪਾਏ ਨੇ। ਇਸ ਪਾਕ ਜਗ੍ਹਾ ਤੇ ਮਹਾਪੁਰਸ਼ ਸੇਵਾ ਕਰਵਾਉਂਦੇ ਨੇ। ਇੱਥੇ ਗੁਰਦੁਆਰਾ ਪਾਤਸ਼ਾਹੀ 10ਵੀਂ, ਉਹਦੀ ਸੇਵਾ ਵੀ ਕਰਵਾਈ ਹੈ। ਇੱਕ ਹਰਿਆਣੇ ਦੇ ਵਿੱਚ ਪਿੰਡ ਮਾਧੋ ਸਿਧਾਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਕਿਸਤਾਨ, ਉਸ ਦੀ ਸੇਵਾ ਵੀ ਮਹਾਪੁਰਸ਼ਾਂ ਕਰਵਾਈ। ਨੌਰ ਦੇ ਵਿੱਚ ਰਾਜਸਥਾਨ ਗੁਰਦੁਆਰਾ ਕਬੂਤਰਸਰ ਸਾਹਿਬ 10ਵੇਂ ਪਾਤਸ਼ਾਹ ਦਾ, ਉਸ ਦੀ ਸੇਵਾ ਕਰਵਾਈ। ਗੁਰਦੁਆਰਾ ਸੀਨ ਤਲਾਈ ਸਾਹਿਬ ਦੀ ਸੇਵਾ ਕਰਵਾਈ। ਫਿਰ ਆਹ ਸੁਹਾਵਾ ਜਿਹੜਾ ਰਾਜਸਥਾਨ ਹੈ, ਗੁਰਦੁਆਰਾ ਸੁਹਾਵਾ ਸਾਹਿਬ। ਇਸੇ ਤਰ੍ਹਾਂ ਹੀ ਗੁਰਦੁਆਰਾ ਨਾਨਕ ਟਿੱਲਾ ਸਾਹਿਬ, ਬੇਅੰਤ ਗੁਰਧਾਮਾਂ ਦੀ ਸੇਵਾ ਉਹਨਾਂ ਮਹਾਪੁਰਸ਼ਾਂ ਕਰਵਾਈ ਹੈ। ਕਿੰਨਿਆਂ ਕੁ ਦੀ ਆਪਾਂ ਗਿਣਤੀ ਕਰੀਏ? ਇਹ ਪਤਾ ਗੁਰਧਾਮ ਕਿਉਂ ਬਣਾਏ ਜਾਂਦੇ ਨੇ? ਏਡੇ ਸੋਹਣੇ ਕਿਉਂ ਨੇ? ਏਡੇ ਮਹਾਨ ਕਿਉਂ ਨੇ? ਏਡੇ ਉੱਚੇ ਕਿਉਂ ਨੇ ਦਰਬਾਰ?
क्योंकि जिसने इस दरबार दे विच बिराजना है उहदे नालों उच्चा दुनिया ते कोई नहीं है। वाहो वाहो बाणी निरंकार है, तिस जेवड़े अवरना कहू हर समान नहीं राजा। ए भूपत सब दिवस चार के झूठे करत दिवाजा। राजिਆਂ ਦੇ महल ਹੁੰਦੇ ਨੇ ना, आम लोकां नालों सुंदर महलों ਵਿੱਚ राजे ਰਹਿੰਦੇ ਨੇ, ਰਾਜਿਆਂ ਦੇ ਤਖਤ ਹੁੰਦੇ ਨੇ, ਪਰ ਕੋਈ ਵੀ ਰਾਜਾ ਐਸਾ ਨਹੀਂ ਜਿਹੜਾ ਸਦਾ ਰਹਿਣ ਵਾਲਾ ਹੈ। ਅਕਾਲ ਪੁਰਖ ਸਦੀਵੀ ਹੈ, ਉਹਦਾ ਨਾਮ, ਉਹਦੀ ਬਾਣੀ ਸਦੀਵੀ ਹੈ। ਤੇ ਜਿਹੜਾ ਫਿਰ ਸਾਰਿਆਂ ਤੋਂ ਵੱਡਾ ਰਾਜਾ ਹੈ, ਅਸੀਂ ਉਹਦੀ ਪਰਜਾ ਹਾਂ, ਅਸੀਂ ਫਿਰ ਉਸ ਰਾਜੇ ਦਾ ਮਹੱਲ ਸੁੰਦਰ ਤੋਂ ਸੁੰਦਰ ਬਣਾਉਂਦੇ ਹਾਂ। ਤੇ ਕਾਰੀਗਰ ਉਹਦੇ ਮਹਾਂਪੁਰਸ਼ ਹੁੰਦੇ ਨੇ ਜਿਹੜੇ ਸਾਨੂੰ ਪ੍ਰੇਰ ਕੇ ਸੇਵਾ ਕਰਵਾਉਂਦੇ ਨੇ। ਬਾਣੀ ਕਹਿੰਦੀ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਧਰਮਸ਼ਾਲਾ ਨੂੰ ਮੰਦਰ ਕਿਹਾ, ਉੱਚਾ ਮੰਦਰ, ਗੁਰਧਾਮ, ਅਕਾਲ ਪੁਰਖ ਦਾ ਘਰ। ਐ ਮੋਹਨ ਸਭ ਨੂੰ ਮੋਹਣ ਵਾਲੇ ਪਰਮਾਤਮਾ, ਤੇਰੀ ਧਰਮਸ਼ਾਲਾ, ਤੇਰੇ ਗੁਰਦੁਆਰੇ ਜਿੱਥੇ ਸੰਤ ਬਹਿ ਕੇ ਸੰਗਤ ਕਰਦੇ ਨੇ ਉਹ ਉੱਚੇ ਉੱਚੇ ਤੇ ਸੋਹਣੇ ਹੋਣੇ ਚਾਹੀਦੇ ਨੇ। ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹਿ। ਗੁਰਦੁਆਰਿਆਂ 'ਚ ਕੀ ਹੋਣਾ ਚਾਹੀਦਾ ਹੈ, ਕੀ ਹੁੰਦਾ ਹੈ? ਸਦਾ ਕੀਰਤਨ ਗਾਵਹਿ। ਅਕਾਲ ਪੁਰਖ ਦੇ ਨਾਮ ਦੀ ਕੀਰਤੀ ਗਾਈ ਜਾਂਦੀ ਹੈ। ਜਹ ਸਾਧ ਸੰਤ ਇਕੱਤਰ ਹੋਵੈ ਹੈ, ਤਹਾਂ ਤੁਝੈ ਧਿਆਵੈ। ਸਾਧੂ ਸੰਤ ਇਕੱਠੇ ਹੋ ਕੇ ਤੈਨੂੰ ਧਿਆਉਂਦੇ ਨੇ, ਅਕਾਲ ਪੁਰਖ ਤੇਰੇ ਗੀਤ ਗਾਉਂਦੇ ਨੇ। ਕਰ ਦਇਆ ਮਾਇਆ ਦਇਆਲ ਸੁਆਮੀ, ਹੋ ਦੀਨ ਕਿਰਪਾਲਾ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਤੇਰੇ ਗੀਤ ਗਾ ਕੇ ਉੱਥੇ ਅਰਦਾਸ ਕਰਦੇ ਨੇ, ਅਕਾਲ ਪੁਰਖ ਸਾਨੂੰ ਦਰਸ਼ਨ ਦੇ। ਉਹ ਦਰਸ਼ਨ ਦਿੰਦਾ ਹੈ ਤੇ ਫਿਰ ਜੀਵਨ ਸਫਲਾ ਹੋ ਜਾਂਦਾ ਹੈ। ਇਹ ਉੱਚੇ ਗੁਰਦੁਆਰੇ, ਇਹ ਸੁੰਦਰ ਗੁਰਧਾਮ ਮਹਾਂਪੁਰਸ਼ ਬਣਾਉਂਦੇ ਨੇ। ਅੱਛਾ, ਬਾਬਾ ਪ੍ਰੀਤਮ ਸਿੰਘ ਹੁਣਾਂ ਦਾ ਇੱਕ ਸੁਭਾਅ ਸੀ, ਹੱਥੀਂ ਸੇਵਾ ਕਰਨੀ। ਜੇ ਸੰਗਤ ਟੋਕਰੀ ਢੋਂਦੀ ਹੈ ਤੇ ਆਪ ਪ੍ਰੇਰਨਾ ਦੇਣੀ ਹੈ, ਪਹਿਲਾਂ ਟੋਕਰੀ ਢੋਂਦੇ ਨੇ। ਜਰਨੈਲ ਅੱਗੇ ਹੁੰਦਾ ਨਾ ਫੌਜਾਂ ਦੇ, ਆਪ ਹੱਥੀਂ ਸੇਵਾ ਕਰਦੇ ਨੇ, ਸੰਗਤਾਂ ਨੂੰ ਪ੍ਰੇਰ ਕੇ ਸੇਵਾ ਕਰਵਾਉਣੀ। ਜਦੋਂ ਭੱਠੇ ਤੋਂ ਇੱਟਾਂ ਲਿਆਉਣੀਆਂ ਨਾ ਵੀ ਗੁਰਧਾਮ ਨੂੰ ਲਾਉਣੀਆਂ ਨੇ, ਤੇ ਇਹ ਹੁਕਮ ਕਰਨਾ ਸੰਗਤ ਨੂੰ ਵੀ ਲੇਬਰ ਇੱਟਾਂ ਨਾ ਲੱਦੇ, ਤੁਸੀਂ ਆਪ ਲੱਦ ਕੇ ਲਿਆਉਣੀਆਂ ਨੇ। ਐਸੀ ਭਾਵਨਾ ਮਹਾਂਪੁਰਸ਼ਾਂ ਦੀ। ਹੱਥੀ ਸੇਵਾ ਬੜੀ ਲਗਨ ਨਾਲ ਕਰਦੇ ਸਨ, ਕਰਵਾਉਂਦੇ ਸਨ। ਕੋਈ ਸੇਵਾ ਦਾ ਮੌਕਾ ਸੰਗਤ ਨੂੰ ਕਹਿਣਾ ਅਜਾਈ ਨਾ ਜਾਣ ਦਿਓ। ਕਰਮਾਂ ਵਾਲੇ ਨੂੰ ਗੁਰੂ ਸਾਹਿਬ ਸੇਵਾ ਬਖਸ਼ਦੇ ਨੇ ਆਪਣੀ, ਕਰਮਾਂ ਵਾਲੇ ਨੂੰ ਕਦਮ ਬੋਸੀ ਬਖਸ਼ਦੇ ਨੇ। ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ, ਜਾਏ ਮਿਲੀਐ ਰਾਮ ਮੁਰਾਰੀ। ਸਾਧ ਪਤਾ ਕੀ ਸਮਝਾਉਂਦੇ ਨੇ, ਜਿੰਨੇ ਸਾਹ ਨੇ ਨਾ, ਤੇ ਜਦੋਂ ਤੱਕ ਸਾਹ ਨੇ, ਸੇਵਾ ਕਰ, ਇਹਦਾ ਮੇਵਾ ਇਹ ਮਿਲੇਗਾ, ਤੈਨੂੰ ਅਕਾਲ ਪੁਰਖ ਮਿਲ ਜਾਵੇਗਾ। ਤੇ ਜਿਸ ਨੂੰ ਅਕਾਲ ਪੁਰਖ ਮਿਲ ਗਿਆ, ਉਹਦਾ ਮੰਗਣਾ ਮੁੱਕ ਜਾਂਦਾ, ਝੋਲੀਆਂ ਭਰ ਜਾਂਦੀਆਂ, ਉਹਦਾ ਜੀਵਨ ਸਫਲਾ। ਜਿਸ ਨੂੰ ਅਕਾਲ ਪੁਰਖ ਮਿਲ ਗਿਆ ਉਹ ਸੰਤ ਹੋ ਨਿਬੜਦਾ ਹੈ। ਫਿਰ ਉਹ ਸਰੀਰ ਕਰਕੇ ਮਰਦਾ ਹੈ, ਨਾਮ ਕਰਕੇ ਬਾਬਾ ਪ੍ਰੀਤਮ ਸਿੰਘ ਵਾਂਗੂ ਅਮਰ ਹੋ ਜਾਂਦਾ ਹੈ। ਇਹ ਮਹਾਨਤਾ ਹੈ ਸੇਵਾ ਦੀ। ਮੈਂ ਇੱਕ ਨਾਲ ਬੇਨਤੀ ਵੀ ਕਰ ਦੇਵਾਂ, ਇਹ ਜਿੰਨੇ ਵੀ ਗੁਰਧਾਮ ਨੇ, ਧਰਮਸ਼ਾਲਾਵਾਂ ਨੇ, ਔਰ ਇਹਨਾਂ ਅੰਦਰ ਜਿੰਨੇ ਵੀ ਸਮਾਗਮ ਹੁੰਦੇ ਨੇ, ਉਹਨਾਂ ਦਾ ਕਾਰਨ ਹੈ ਸਿੱਖੀ ਨੂੰ ਪ੍ਰਫੁੱਲਤ ਕਰਨਾ। ਤੇ ਪ੍ਰਬੰਧਕਾਂ ਨੇ ਇਹ ਬੇਨਤੀ ਕੀਤੀ ਹੈ ਵੀ ਅੰਮ੍ਰਿਤ ਅਭਿਲਾਖੀ ਜਿਹੜੀਆਂ ਸੰਗਤਾਂ ਨੇ, ਉਹ ਦਰਬਾਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਕਲਗੀਧਰ ਦੀ ਬਖਸ਼ੀ ਖੰਡੇ ਦੀ ਪੌਲ ਬਰਸਣੀ ਹੈ। ਤੇ ਮੈਂ ਨਾਲ ਇਹ ਵੀ ਦੱਸ ਦੇਵਾਂ, ਕਈ ਬੜਾ ਪੂਛ ਨੂੰ ਵੱਟ ਦਿੰਦੇ, ਨਹੀਂ ਜੀ
ਇਤਿਹਾਸਿਕ ਤੱਥ ਮੌਜੂਦ ਹੀ ਨਹੀਂ, ਅੰਮ੍ਰਿਤ ਛਕਾਇਆ ਹੀ ਨਹੀਂ ਗੁਰੂ ਨੇ, ਆਹ ਬਾਣੀ ਨਹੀਂ ਪੜ੍ਹੀ, ਉਹ ਨਹੀਂ ਪੜ੍ਹੀ। ਕਾਰਨ ਪਤਾ ਕੀ ਹੈ? ਅੰਮ੍ਰਿਤ ਛਕ ਕੇ ਰਹਿਤ ਰੱਖਣੀ ਪੈਂਦੀ ਹੈ। ਖੰਡਿਓ ਤਿੱਖੀ ਵਾਲੋ ਨਿੱਕੀ। ਇੱਥੇ ਜਿਹੜਾ ਖੰਡਿਓ ਲਫ਼ਜ਼ ਹੈ ਨਾ, ਖੰਡੇ ਲਈ ਹੈ। ਏਤ ਮਾਰਗ ਜਾਣਾ, ਇਹ ਰਸਤਾ ਔਖਾ ਹੈ। ਉਹ ਕਹਿੰਦੇ ਇਹਦੇ ਤੇ ਕਿਹੜਾ ਚੱਲੇ, ਇਹ ਦਰਵਾਜ਼ਾ ਹੀ ਬੰਦ ਕਰ ਦਿਓ। ਅੰਮ੍ਰਿਤ ਛਕਾਇਆ ਹੀ ਨਹੀਂ ਅਖੇ ਗੁਰੂ ਨੇ। ਹੈ ਨਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਇਹਦੇ ਤੇ ਚੱਲ ਨਹੀਂ ਸਕਦੇ ਅੰਮ੍ਰਿਤ ਛਕ ਕੇ। ਤੇ ਉਹ ਕਹਿੰਦੇ ਅੰਮ੍ਰਿਤ ਛਕਾਇਆ ਹੀ ਨਹੀਂ। ਮੈਂ ਤੁਹਾਨੂੰ ਉਦਾਹਰਣ ਦੇ ਦੇਵਾਂ। ਬਾਬਾ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਉਣ ਵਾਲਾ, ਆਨੰਦਾਂ ਦੀ ਪੁਰੀ, ਜੋ ਦਿੱਲੀ ਤੋਂ ਪਹੁੰਚਿਆ ਸੀ, ਉਹਨੂੰ ਪੁੱਛੋ ਬਾਬਾ ਜੀ ਤੁਹਾਡਾ ਨਾਮ ਜੀਵਨ ਸਿੰਘ ਕਿਵੇਂ ਪਿਆ ਹੈ? ਰੰਗਰੇਟੇ ਗੁਰੂ ਕੇ ਬੇਟੇ ਨੂੰ ਪੁੱਛੋ। ਅੰਮ੍ਰਿਤ ਬਿੱਧ ਉਹਨਾਂ ਸਾਰਾ ਦੱਸਿਆ ਹੈ ਵੀ ਕਿਸ ਤਰ੍ਹਾਂ ਅੰਮ੍ਰਿਤ ਛਕਾਇਆ। ਕਹਿੰਦੇ ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ। ਕਹਿੰਦੇ ਜਪ ਜਾਪ ਸਵਈਏ ਚੌਪੀ ਆਨੰਦ, 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਪਾਹੁਲ ਤਿਆਰ ਹੋਈ। ਛਕ ਕੇ ਕਹਿੰਦੇ ਮੈਂ ਜੀਵਨ ਸਿੰਘ ਬਣ ਗਿਆ। ਔਰ ਸਿਰ ਦਿੱਤਾ ਹੈ ਉਸ ਮਹਾਂਪੁਰਸ਼ ਨੇ ਸਿੱਖ ਕੌਮ ਲਈ। ਇਹਦੋਂ ਵੱਡੀ ਗਵਾਹੀ ਕਿਹੜੀ ਚਾਹੀਦੀ ਹੈ? ਸੋ ਖੰਡੇ ਦੀ ਪੌਲ ਬਰਸਣੀ ਹੈ। ਅਵਿਲਾਖੀ ਦਰਬਾਰ ਵਿੱਚ ਪਹੁੰਚ ਕੇ ਛਕੋ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੰਤ ਦੀ ਵਡਿਆਈ ਕਰਦੇ ਨੇ। ਕਹਿੰਦੇ ਉਹ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਜੀਵਨ ਸਫਲਾ ਕਰਦਾ ਹੈ, ਹੋਰਾਂ ਨੂੰ ਪ੍ਰੇਰ ਕੇ ਵੀ ਨਾਮ ਸਿਮਰਨ ਸੇਵਾ ਦੇ ਬੇੜੇ ਵਿੱਚ ਚੜਾ ਕੇ ਪਾਰ ਲੈ ਜਾਂਦਾ ਹੈ। ਸੇਵਾ ਦੇ 2 ਅਰਥ ਹੁੰਦੇ ਨੇ। ਪਹਿਲਾ ਪੱਖ ਹੁੰਦਾ ਹੈ ਖਿਦਮਤ ਕਰਨੀ, ਟਹਿਲ ਕਰਨੀ, ਜੋ ਬਾਬਾ ਪ੍ਰੀਤਮ ਸਿੰਘ ਹੁਣਾਂ ਤੁਹਾਨੂੰ ਸੰਗਤਾਂ ਨੂੰ ਨਾਲ ਲੈ ਕੇ ਕੀਤੀ। ਹੱਥੀਂ ਸੇਵਾ ਕਰਨੀ, ਗੁਰੂ ਘਰ ਝਾੜੂ ਦੇਣਾ, ਪੋਚਾ ਲਾਉਣਾ, ਲੰਗਰ ਛਕਾਉਣਾ, ਮਾਨਵਤਾ ਦੀ ਸੇਵਾ ਕਰਨੀ, ਲੋਕ ਭਲਾਈ ਦੇ ਕਰਮ ਕਰਨੇ। ਇਹਨੂੰ ਕਹਿੰਦੇ ਨੇ ਪਾਣੀ ਪੱਖਾ ਕਰੋ ਤਜ ਅਭਿਮਾਨ, ਅਨਕ ਬਾਰ ਜਾਈਏ ਕੁਰਬਾਨ। ਜਲ ਛਕਾਓ ਸੰਗਤ ਨੂੰ, ਪੱਖਾ ਝੱਲੋ। ਪੁਰਾਣੇ ਸਮੇਂ ਵਿੱਚ ਉਹ ਚੱਕੀ ਵਿੱਚ ਆਟਾ ਪੀਂਦੇ ਸਨ, ਕਹਿੰਦੇ ਪੀਸਣੇ ਪੀਸੋ। ਕੋਈ ਵੀ ਸੇਵਾ ਗੁਰੂ ਘਰ ਮਿਲ ਜਾਵੇ ਕਰੋ। ਇਹ ਪਹਿਲਾ ਅਰਥ ਹੈ ਖਿਦਮਤ, ਟਹਿਲ। ਤੇ ਦੂਜਾ ਅਰਥ ਹੈ ਉਪਾਸ਼ਨਾ, ਭਗਤੀ। ਜਿਵੇਂ ਬਾਣੀ ਵਿੱਚ ਆਉਂਦਾ ਹੈ ਨਾ, ਗੁਰ ਕੀ ਸੇਵਾ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਕਰਨੀ, ਬਾਣੀ ਪੜ੍ਹਨੀ, ਇਹਨੂੰ ਵੀ ਸੇਵਾ ਕਿਹਾ ਗਿਆ ਹੈ। ਸੇਵਾ ਦਾ ਫਲ ਕੀ ਹੈ? ਬਾਣੀ ਪੜ੍ਹਨ ਦਾ ਫਲ ਕੀ ਹੈ? ਬਾਬਾ ਪ੍ਰੀਤਮ ਸਿੰਘ ਵਰਗੇ ਮਹਾਂਪੁਰਸ਼ਾਂ ਦਾ ਸੰਗ ਕਰਕੇ ਸੇਵਾ ਕੀਤੀ, ਇਹਦਾ ਫਲ ਕੀ ਹੈ? ਜਾਂ ਹੋਰਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਤੁਸੀਂ ਸੇਵਾ ਕੀਤੀ, ਫਲ ਕੀ ਹੈ? ਕਹਿੰਦੇ ਆਪ ਮੁਕਤ ਸੰਗੀ ਤਰੈ, ਕੁੱਲ ਕੁਟੰਬ ਉਧਾਰੈ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੈ। ਆਪ ਉਹ ਮੁਕਤ ਹੈ ਸੇਵਾ ਕਰਨ ਵਾਲਾ, ਉਹਦੇ ਸੰਗੀ ਸਾਥੀ ਕੁਟੰਬ, ਕੁਟੰਬ ਕਹਿੰਦੇ ਨੇ ਘਰ ਵਾਲੀ ਤੋਂ ਪੈਦਾ ਹੋਇਆ ਟੱਬਰ ਵੀ ਤਰ ਜਾਂਦਾ ਹੈ। ਕਈ ਆਂਦੇ ਨੇ ਨਾ ਇਹ ਕਿਵੇਂ ਹੋ ਸਕਦਾ ਜੀ, ਇੱਕ ਜਾਣਾ ਬਾਣੀ ਪੜ੍ਹੇ ਸੇਵਾ ਕਰੇ, ਪਰਿਵਾਰ ਕਿਵੇਂ ਤਰੇਗਾ? ਇਸ ਗੱਲ ਦਾ ਖਿਆਲ ਰੱਖਿਓ। ਜਿਵੇਂ ਇੱਕ ਲੀਡਰ ਦੇ ਦਰ ਤੇ ਉਹਦੇ ਪੀਏ ਦੀ ਸਿਫਾਰਿਸ਼ ਚੱਲਦੀ ਹੈ ਤੇ ਪੀਏ ਦਾ ਪੱਲਾ ਫੜਿਆ ਕਾਰਜ ਸਫਲਾ ਹੁੰਦਾ, ਇੱਦਾਂ ਹੀ ਖੁਦਾ ਦੇ ਪਰਮਾਤਮਾ ਦੇ ਵਜ਼ੀਰ ਸਾਧੂ ਸੰਤ ਹੁੰਦੇ ਨੇ। ਇਬਾਦਤ ਕਰਕੇ ਉਸ ਦੀ ਜਿਹੜਾ ਸੰਤ ਦੀ ਉਪਾਧੀ ਮਾਣਦਾ ਹੈ, ਉਹ ਜਿਹਦੀ ਸਿਫਾਰਿਸ਼ ਕਰੇ, ਆਪ ਮੁਕਤ ਸੰਗੀ ਤਰੇ, ਕੁੱਲ ਕੁਟੰਬ ਉਧਾਰੇ। ਉਹਦੇ ਸੰਗੀ ਸਾਥੀ, ਉਹਦੀ ਸ਼ਰਨ ਆਉਣ ਵਾਲੇ ਵੀ ਤਰ ਜਾਂਦੇ ਨੇ। Your ancestors will be emancipated, I myself will be liberated। ਆਪ ਮੁਕਤ ਹੋਵੇਗਾ, ਸੰਗੀ ਸਾਥੀ ਤਰ ਜਾਣਗੇ। ਇਹ ਸੇਵਾ ਕਰਨ ਵਾਲੇ ਨੂੰ ਬਖਸ਼ਿਸ਼ ਹੈ ਪਰਮਾਤਮਾ ਦੇ ਦਰ ਤੋਂ। ਰਹਿੰਦੇ ਬਾਬਾ ਪ੍ਰੀਤਮ ਸਿੰਘ ਬੜੀ ਸਾਦਗੀ ਵਿੱਚ ਸਨ।
ਸਾਦਾ ਪਹਿਨਣਾ ਤੇ ਸਾਦਾ ਛਕਣਾ। ਸਾਰੀ ਉਮਰ ਲੰਗਰ ਚੋਂ ਪ੍ਰਸ਼ਾਦਾ ਛਕਿਆ ਹੈ, ਹਜੇ ਲੱਖਾਂ ਰੁਪਈਆ ਸੰਗਤਾਂ ਕਾਰ ਸੇਵਾ ਲਈ ਦਿੰਦੀਆਂ ਸੀ, ਆਪਣੇ ਲਈ ਕੋਈ ਵੱਖਰੀ ਰਸੋਈ ਨਹੀਂ ਸੀ ਬਣਵਾਈ। ਸੁਭਾਅ ਐਸਾ ਹੈ ਉਹਨਾਂ ਦਾ। ਮਾਇਆ ਦੇ ਭੰਡਾਰ ਸਨ ਉਹਨਾਂ ਦੇ ਕੋਲ, ਕਿਉਂਕਿ ਗੁਰਧਾਮਾਂ ਦੀ ਸੇਵਾ ਮਾਇਆ ਨਾਲ ਹੀ ਚੱਲੇਗੀ। ਰਹਿਣ ਸਹਿਣ ਸਾਦਾ ਸੀ, ਚਾਹੇ ਮਾਇਆ ਦੀ ਕੋਈ ਕਮੀ ਨਹੀਂ ਸੀ। ਜਿੰਨੀ ਵੀ ਮਾਇਆ ਆਉਣੀ ਗੁਰਧਾਮਾਂ ਦੀ ਸੇਵਾ ਵਿੱਚ ਲਾ ਦੇਣੀ। ਮਹਾਰਾਜ ਕਹਿੰਦੇ ਸੰਸਾਰੀ ਬੰਦਾ ਪੈਸੇ ਪਿੱਛੇ ਭੱਜਦਾ ਤੇ ਪੈਸਾ ਅੱਗੇ ਅੱਗੇ। ਨਿਰੰਕਾਰੀ ਬੰਦਾ ਅਕਾਲ ਪੁਰਖ ਨਾਲ ਜੁੜਿਆ, ਉਹਦੀ ਐਸੀ ਬੁਲੰਦ ਹਸਤੀ ਹੈ, ਉਹ ਅੱਗੇ ਅੱਗੇ ਤੇ ਮਾਇਆ ਉਹਦੇ ਪਿੱਛੇ ਪਿੱਛੇ ਆਉਂਦੀ ਹੈ, ਵੀ ਮੈਨੂੰ ਵਰਤ ਲਓ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਮਾਇਆ ਦਾਸੀ ਬਣ ਜਾਂਦੀ ਹੈ ਮਹਾਂਪੁਰਸ਼ਾਂ ਦੀ। ਅੱਛਾ, ਸੰਗਤ ਦੀ ਮਾਇਆ ਨਾਲ ਕਦੇ ਆਪਣੇ ਲਈ ਸੁੱਖ ਦੇ ਸਾਧਨ ਨਹੀਂ ਸੀ ਜੁਟਾਏ ਉਸ ਮਹਾਂਪੁਰਸ਼ ਨੇ। ਸਾਦਗੀ ਦਾ ਜੀਵਨ, ਸਾਰੀ ਉਮਰ ਇਉਂ ਕੱਢੀ ਵੀ ਆਪਣੀ ਵਰਤੋਂ ਲਈ ਸੰਗਤ ਦੀ ਮਾਇਆ ਚੋਂ ਕੋਈ ਗੱਡੀ ਤੱਕ ਨਹੀਂ ਲਈ, ਕੋਈ ਕਾਰ ਮੋਟਰ ਨਹੀਂ ਰੱਖੀ। ਐਸਾ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ। ਸਾਰੀ ਉਮਰ ਇਸੇ ਤਰ੍ਹਾਂ ਹੀ ਉਹਨਾਂ ਲੰਘਾ ਦਿੱਤੀ। 2 ਕਮਰੇ ਸੀ ਰਹਿਣ ਲਈ। ਥੋੜਾ ਜਿਹਾ ਧਿਆਨ ਦਿਓ, ਉਹ ਇੱਟਾਂ ਦੀ ਚਿਣਾਈ ਹੈ ਤੇ ਸੀਮੈਂਟ ਨਹੀਂ ਲਾਇਆ, ਗਾਰਾ ਲਾਇਆ ਹੈ ਜਿੱਥੇ ਆਪ ਰਹਿੰਦੇ ਨੇ। ਉਹਨਾਂ ਦਾ ਜੀਵਨ ਕੁਝ ਐਸਾ। ਦੁਪਹਿਰੇ ਨਾ 1 ਘੰਟਾ ਜਦੋਂ ਛੁੱਟੀ ਮਿਲਣੀ ਸੰਗਤ ਨੂੰ ਸੇਵਾ ਤੋਂ, ਤੇ ਮਹਾਂਪੁਰਸ਼ਾਂ ਦਾ ਸੁਭਾਅ ਐਸਾ ਸੀ, ਸੰਗਤ ਨੇ ਕਿਸੇ ਰੁੱਖ ਦੀ ਆੜ ਲੈ ਕੇ ਆਰਾਮ ਕਰ ਲੈਣਾ, ਘੜੀ ਬੈਠ ਜਾਣਾ, ਤੇ ਮਹਾਂਪੁਰਸ਼ ਜਿੱਥੇ ਸੇਵਾ ਕਰਦੇ ਹੁੰਦੇ, ਜੇ ਬਜਰੀ ਸੀ ਤੇ ਬਜਰੀ ਤੇ ਹੀ ਘੰਟਾ ਲੇਟ ਜਾਂਦੇ ਸੀ, ਜੇ ਰੇਤਾ ਢੋਂਦੇ ਸੀ ਤੇ ਰੇਤਾ ਤੇ ਹੀ ਲੇਟ ਜਾਣਾ। ਇੱਟਾਂ ਦੇ ਚੱਕੇ ਦੇ ਕੋਲ ਨੇ ਤੇ ਉੱਥੇ ਪਾਸ ਹੀ ਮਿੱਟੀ ਤੇ ਲੇਟ ਜਾਣਾ। ਇਹਨਾਂ ਮਹਾਂਪੁਰਸ਼ਾਂ ਦੀ ਬੁਲੰਦ ਹਸਤੀ ਨੂੰ ਵੇਖ ਕੇ ਹੀ ਐਸੇ ਜਿਤਨੇ ਵੀ ਮਹਾਂਪੁਰਸ਼ ਆਦਿ ਕਾਲ ਵਿੱਚ ਹੋਏ ਨੇ, ਅੱਜ ਨੇ ਜਾਂ ਪਿੱਛੇ ਸੀ ਜਾਂ ਆਉਣ ਵਾਲੇ ਸਮੇਂ ਵਿੱਚ ਹੋਣਗੇ, ਬਾਣੀ ਵਿੱਚ ਲਿਖਿਆ ਗਿਆ ਹੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਨ ਹੈ। ਮਿੱਟੀ ਤੇ ਸੋਨਾ ਇੱਕ ਬਰਾਬਰ ਸਮਝਦੇ ਨੇ, ਸੁੱਖ ਤੇ ਦੁੱਖ ਇੱਕ ਬਰਾਬਰ ਸਮਝਦੇ ਨੇ। ਐਸੀ ਪਹੁੰਚਦੇ ਉਹ ਮਾਲਕ ਨੇ। ਕਹਿੰਦੇ ਇਹ ਉਹਨਾਂ ਨੂੰ ਹਸਤੀ ਪ੍ਰਾਪਤ ਹੋਈ, ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਜੁਗਤੀ ਵਾਲਾ ਜੀਵਨ ਉਹੀ ਬਤੀਤ ਕਰ ਸਕਦੇ ਨੇ ਜਿਨ੍ਹਾਂ ਤੇ ਗੁਰੂ ਨਾਨਕ ਦੀ ਕਿਰਪਾ ਹੈ। ਦੇਖੋ, ਇੱਕ ਗੱਲ ਤੇ ਤੈਅ ਹੈ, ਸਾਡੇ ਵੱਡੇ ਵਡੇਰਿਆਂ ਕੋਲ ਸੁੱਖ ਸਹੂਲਤਾਂ ਦੇ ਇੰਨੇ ਸਾਧਨ ਨਹੀਂ ਸੀ, ਪਰ ਉਹ ਸਾਡੇ ਨਾਲੋਂ ਸੁਖੀ ਸੀ। ਅੱਜ ਸੁੱਖ ਸਹੂਲਤਾਂ ਵੀ ਨੇ, ਦੌਲਤਾਂ ਸ਼ੌਹਰਤਾਂ ਵੀ ਨੇ, ਪਰ ਮਸ਼ੀਨਰੀ ਦਾ ਯੁੱਗ ਹੋਣ ਦੇ ਕਾਰਨ ਸਾਡੇ ਜੀਵਨ ਵਿੱਚ ਦਲਿੱਦਰ ਆ ਗਿਆ। ਹੱਥੀਂ ਕਿਰਤ ਕਰਨੀ ਛੱਡ ਦਿੱਤੀ, ਹੱਥੀਂ ਸੇਵਾ ਕਰਨੀ ਛੱਡ ਦਿੱਤੀ। ਯਾਦ ਰੱਖਿਓ, ਪਦਾਰਥਾਂ ਦੀ ਜਿਹੜੀ ਪ੍ਰਾਪਤੀ ਹੈ ਨਾ, ਇਹਨਾਂ ਸੁੱਖ ਸਾਧਨਾਂ ਦੀ ਜਿਹੜੀ ਪ੍ਰਾਪਤੀ ਹੈ, ਇਹਨਾਂ ਵਿੱਚ ਪੈ ਕੇ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਜ਼ਿਆਦਾਤਰ। ਯਾਦ ਇਹ ਵੀ ਰੱਖਿਓ ਵੀ ਦੁੱਖ ਦੀ ਘੜੀ ਵਿੱਚ ਹੀ ਰੱਬ ਚੇਤੇ ਆਉਂਦਾ ਹੈ, ਜਦੋਂ ਸੁੱਖ ਹੋਵੇ ਉਦੋਂ ਤੇ ਆਪਾਂ ਸਭ ਭੁੱਲ ਜਾਂਦੇ ਹਾਂ। ਜਿਹੜੇ ਮਹਾਂਪੁਰਸ਼ ਨੇ ਨਾ, ਸੁੱਖ ਸਹੂਲਤਾਂ ਤੋਂ ਕਿਨਾਰਾ ਹੀ ਰੱਖਦੇ ਸੀ ਵੀ ਪਰਮਾਤਮਾ ਯਾਦ ਰਵੇ, ਆਪਣੀ ਹਸਤੀ ਆਪਣੀ ਔਕਾਤ ਨੂੰ ਸਮਝੀਏ। ਮਿੱਟੀ ਦੇ ਚੰਮ ਦੇ ਲਿਫਾਫੇ ਆ, ਸਦੀਵੀ ਨਹੀਂ ਰਹਿਣਾ। ਨਾਨਕ ਢੇਰੀ ਸ਼ਾਰ ਕੀ ਵੀ ਫਿਰ ਹੋਈ ਸ਼ਾਰ। ਤੇ ਇਸ ਮਿੱਟੀ ਨੂੰ ਸਵਾਰਨ ਵਿੱਚ ਹੀ 5-5 7-7 ਘੰਟੇ ਨਾ ਸ਼ੀਸ਼ੇ ਅੱਗੇ ਖਲੋਤੇ ਰਹੀਏ। ਸਵਾਰਨਾ ਹੈ ਤੇ ਨਾਮ ਭਜਨ ਨਾਲ ਮਨ ਨੂੰ ਸਵਾਰੀਏ। ਸਾਧੂ ਐਸਾ ਸੋਚਦੇ ਨੇ।
ਉਹਨਾਂ ਲਈ ਦੌਲਤਾਂ ਸ਼ੌਹਰਤਾਂ ਮਾਇਨੇ ਨਹੀਂ ਰੱਖਦੀਆਂ, ਸੇਵਾ ਵਿੱਚ ਲਾ ਦਿੰਦੇ ਨੇ। ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ ਫਾਰਸੀ ਵਿੱਚ, ਤਮਾਮ ਦੌਲਤੇ ਗੇਤੀ ਫਿਦਾਏ ਖਾ ਕੇ ਦਰਸ। ਤਮਾਮ ਦੌਲਤੇ ਗੇਤੀ ਫਿਦਾਏ ਖਾ ਕੇ ਦਰਸ ਕੇ ਤਾ ਫਿਦਾਸ ਨਾ ਗਰਦਦ ਕਸੇ ਬਜਾ ਨਾ ਰਸਦ। ਕਹਿੰਦੇ ਐ ਅਕਾਲ ਪੁਰਖ ਪਰਮਾਤਮਾ, ਦੁਨੀਆ ਦੀ ਸਾਰੀ ਦੌਲਤ ਤੇਰੇ ਸਾਧੂ ਤੇਰੇ ਚਰਨਾਂ ਤੋਂ ਵਾਰ ਦਿੰਦੇ ਨੇ, ਸਦਕੇ ਕਰ ਦਿੰਦੇ ਨੇ। ਉਹਨਾਂ ਨੂੰ ਇੱਕੋ ਹੀ ਦੌਲਤ ਚਾਹੀਦੀ ਹੈ, ਉਹ ਤੇਰਾ ਨਾਮ ਹੈ, ਉਹ ਭਜਨ ਹੈ, ਉਹ ਬੰਦਗੀ ਹੈ। ਨਾਲ ਇਹ ਵੀ ਭਾਈ ਨੰਦ ਲਾਲ ਨੇ ਕਿਹਾ, ਜੇ ਸੰਸਾਰ ਦਾ ਤਿਆਗ ਕਰੋਗੇ ਤੇ ਫੇਰ ਹੀ ਨਿਰੰਕਾਰ ਮਿਲੇਗਾ। ਵੇਖੋ, ਜਿਹੜੇ ਮਨ ਦੇ ਭਾਂਡੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਉਹ ਤੇ ਖਾਲੀ ਨਹੀਂ ਹੈ, ਉੱਥੇ ਰੱਬ ਕਿੱਥੇ ਬੈਠੇ ਦੱਸੋ। ਭਾਈ ਨੰਦ ਲਾਲ ਕਹਿੰਦੇ ਉਹ ਰਸ ਛੱਡਣਾ ਪਵੇਗਾ ਅਕਾਲ ਪੁਰਖ ਦੇ ਨਾਮ ਦਾ ਰਸ ਲੈਣ ਲਈ। ਬਾਣੀ ਦਾ ਫੁਰਮਾਨ ਹੈ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਤੇ ਜਿਨ੍ਹਾਂ ਨੂੰ ਇੱਕ ਵਾਰ ਨਿਰੰਕਾਰ ਦਾ ਰਸ ਆ ਗਿਆ, ਉਹ ਸੰਸਾਰ ਦੇ ਰਸ ਵਿੱਚ ਨਹੀਂ ਡੁੱਬਦੇ, ਰਹਿਣਗੇ ਸੰਸਾਰ ਵਿੱਚ ਹੀ। ਖੈਰ, ਉਹ ਇਸ ਮਾਇਆ ਦੇ ਵਡਿਆਈ ਦੇ ਰਸ ਵਿੱਚ ਨਹੀਂ ਸੀ ਡੁੱਬੇ ਮਹਾਂਪੁਰਸ਼। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਗੱਲ ਕਹੀ ਹੈ, ਕਹਿੰਦੇ ਜਿਹੜਾ ਸੰਤ ਹੈ ਨਾ, ਉਹਦੇ ਕੋਲ ਦੋ ਗੁਣ ਬੜੇ ਮਹਾਨ ਨੇ, ਇੱਕ ਸੱਚ ਤੇ ਦੂਜਾ ਸੁਚਮ। ਸੱਚ ਬੋਲੇਗਾ ਤੇ ਸੁਚਮ ਰੱਖੇਗਾ। ਕਈ ਸੁਚਮ ਤੋਂ ਟਿਚਰਾਂ ਕਰ ਦਿੰਦੇ ਨਾ, ਜਿਵੇਂ ਦਮਦਮੀ ਟਕਸਾਲ, ਨਾਨਕਸਰ ਸੰਪਰਦਾਇ, ਰਾੜਾ ਸਾਹਿਬ, ਹੋਰ ਨਿਹੰਗ ਸਿੰਘ, ਜਿੰਨੀਆਂ ਵੀ ਸੰਪਰਦਾਵਾਂ ਨੇ, ਉਹਨਾਂ ਵਿੱਚ ਸੁਚਮ ਬੜੀ ਰੱਖੀ ਜਾਂਦੀ ਹੈ। ਹਜੂਰੀਆ ਗਲ ਵਿੱਚ ਰੱਖਣਾ, ਮੁਸ਼ਹਿਰੇ ਨੂੰ ਮੂੰਹ ਨੂੰ ਹੱਥ ਨਹੀਂ ਲਾਉਣੇ, ਹੱਥ ਜੂਠੇ ਨਹੀਂ ਕਰਨੇ, ਹਜੂਰੀਏ ਨਾਲ ਹੀ ਚਿਹਰਾ ਸਾਫ਼ ਕਰਨਾ, ਮਹਾਰਾਜ ਦੀ ਤਾਬਿਆ ਵਿੱਚ ਬਹਿਣਾ, ਹਜੂਰੀਆ ਗਲ ਵਿੱਚ ਪਾ ਕੇ ਕਿਤੇ ਬਾਣੀ ਪੜ੍ਹਦਿਆਂ ਮੂੰਹ ਦੇ ਵਿੱਚੋਂ ਕੋਈ ਕਿਣਕਾ ਮਹਾਰਾਜ ਦੇ ਅੰਗਾਂ ਤੇ ਨਾ ਡਿੱਗ ਪਵੇ। ਪ੍ਰਸ਼ਾਦਾ ਛਕਣ ਲੱਗਿਆ ਹੱਥ ਰੇਤਾ ਨਾਲ ਮਾਂਜਣੇ, ਭਾਂਡੇ ਰੇਤਾ ਨਾਲ ਮਾਂਜਣੇ, ਸੁਚਮ ਰੱਖਣੀ। ਤੇ ਲੋਕ ਕਰਨ ਟਿਚਰਾਂ ਵੀ ਇਕੱਠਾ ਹੀ ਇਹ ਸੁਚਮ ਦਾ ਦੇਵਤਾ ਆਣ ਬੈਠਾ ਹੀ ਪਖੰਡ ਕਰਦਾ। ਆ ਕਰੋਨਾ ਵਾਇਰਸ ਨੇ ਐਨ ਇੱਕ ਵਾਰ ਤਹਿ ਲਾਤੀ ਦੁਨੀਆ ਦੀ, ਸਮਝਾ ਦਿੱਤਾ ਇਹ ਡਾਕਟਰਾਂ ਨੇ ਅੱਜ ਸੁਚਮ ਰੱਖਣੀ ਜ਼ਰੂਰੀ ਹੈ। 350 ਵਰ੍ਹਾ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਇਹ ਹੁਕਮ ਕੀਤਾ ਸੀ ਤੇ ਸਾਨੂੰ ਲੱਗਾ ਇਹ ਕੱਟੜਤਾਈ ਹੈ। ਹੁਣ 5-5 ਮਿੰਟ ਹੀ ਸੈਨੀਟਾਈਜ਼ ਕਰਦੇ ਜੇ ਨਾ ਹੱਥਾਂ ਨੂੰ, ਟੂਟੀ ਤੇ ਧੋਂਦੇ ਫਿਰਨਗੇ, ਉਹ ਸੈਨੀਟਾਈਜ਼ਰ ਜਿਹਾ ਰੱਖੀ ਫਿਰਦੇ, ਉਹਨੂੰ ਨੱਪੀ ਜਾਣਗੇ ਤੇ ਹੱਥ ਐ ਮਲੀ ਜਾਣਗੇ। ਜੇ ਕੋਈ ਮਹਾਂਪੁਰਸ਼ ਹਜ਼ੂਰੀਆ ਮੂੰਹ ਅੱਗੇ ਕਰਦਾ ਸੀ ਤੇ ਪਖੰਡ, ਤੇ ਹੁਣ ਕਿਦਾਂ ਡਾਕੂਆਂ ਵਾਂਗੂ ਮੂੰਹ ਬੰਨੀ ਫਿਰਦੇ ਨੇ। ਹੁਣ ਕੀ ਕਰ ਰਹੇ ਹੋ? ਇਹ ਵੀ ਤੇ ਸੁਚਮ ਹੀ ਹੈ ਨਾ, ਹੱਥ ਵਾਰ-ਵਾਰ ਧੋਣੇ। ਉਹ ਡਾਕਟਰ ਕਹਿੰਦੇ ਵਾਇਰਸ ਬੜਾ ਖਤਰਨਾਕ ਹੈ, 6 ਫੁੱਟ ਦੂਰ ਰਹੋ। ਤੇ ਜੇ ਕੋਈ ਖਾਲਸਾ ਸਰੂਪ ਵਿੱਚ ਐਂ ਫਤਿਹ ਬੁਲਾਉਂਦਾ ਸੀ, ਗੱਲ ਨਹੀਂ ਸੀ ਮਿਲਦਾ, ਦੂਰੋਂ ਤੇ ਕਹਿਣਾ ਇਹ ਇਕੱਠਾ ਹੀ ਸੰਤ ਬਣਿਆ, ਇਹ ਭਿੱਟਿਆ ਚੱਲਿਆ ਮੇਰੇ ਨਾਲ ਲੱਗ ਕੇ। ਉਹ ਸਾਇੰਸ ਅੱਜ ਜਿੱਥੇ ਪਹੁੰਚੀ ਹੈ, ਹੱਲ ਅੱਜ ਕੱਢੇ ਨੇ ਰੋਗਾਂ ਸੋਗਾਂ ਦੇ, ਸਾਡਾ ਬਾਪੂ 350 ਸਾਲ ਪਹਿਲਾਂ ਦੱਸ ਗਿਆ। ਪਰ ਉਦੋਂ ਤੁਹਾਨੂੰ ਸਮਝ ਨਹੀਂ ਆਉਂਦੀ, ਉਦੋਂ ਕਹਿੰਦੇ ਹੋ ਕੱਟੜਤਾਈ ਹੈ। ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੇ ਪਾਸ। ਸੱਚ ਤੇ ਸੁਚਮ ਬੜੀ ਜ਼ਰੂਰੀ ਹੈ। ਵੇਖੋ, ਝੂਠ ਜਿਹੜੀ ਹੈ ਨਾ, ਉਹਦੇ ਨਾਲ ਰੋਗ ਹੀ ਵਧਣਗੇ। ਜਿਹੜਾ ਇਨਸਾਨ ਨੂੰ ਰੋਗ ਹੈ, ਉਹਦਾ ਝੂਠਾ ਖਾਓਗੇ, ਉਸ ਖਾਣੇ ਦੇ ਰਾਹੀਂ ਬੈਕਟੀਰੀਆ ਤੁਹਾਡੇ ਅੰਦਰ ਜਾਵੇਗਾ, ਟਰੈਵਲ ਕਰਦਾ ਹੈ। ਨਜ਼ਦੀਕ ਹੋ ਕੇ ਗੱਲ ਕਰੋਗੇ, ਕਿਸੇ ਨੂੰ ਕੋਈ ਐਸਾ ਨਾ ਮੁਰਾਦ ਰੋਗ ਹੈ ਜਿਹੜਾ ਏਅਰ ਦੇ ਥਰੂ ਟਰੈਵਲ ਕਰਦਾ ਹੈ, ਹਵਾ ਦੇ ਥਰੂ ਟਰੈਵਲ ਕਰਦਾ ਹੈ, ਤੇ ਤੁਹਾਨੂੰ ਉਹ ਰੋਗ ਲੱਗੇਗਾ। ਤੇ ਸਾਧੂ ਸੰਤ ਕੁਝ ਪਛਾੜ ਕੇ ਬਚਨ ਕਰਦੇ ਸਨ, ਹੱਥ ਨਹੀਂ ਮਿਲਾਉਣਾ, ਦੂਰੋਂ ਫਤਿਹ ਬੁਲਾਉਣੀ। ਅੱਜ ਉਹ ਡਾਕਟਰਾਂ ਕਿਹਾ ਤੇ ਤੁਹਾਨੂੰ ਸਮਝ ਲੱਗ ਗਈ ਵੀ ਇਹਦੇ ਨਾਲ ਰੋਗ ਵੱਧਦੇ ਨੇ। ਸਾਧੂ ਸੁਚਮ ਰੱਖਦੇ ਨੇ, ਸਾਫ ਸਫਾਈ ਰੱਖਦੇ ਨੇ।
ਔਰ ਤੁਹਾਨੂੰ ਇਹ ਵੀ ਦੱਸਾਂ, ਮੈਡੀਕਲ ਸਾਇੰਸ ਜਾਂ ਸਾਇੰਸ ਦੇ ਦੱਸੇ ਫਾਰਮੂਲਿਆਂ ਨਾਲੋਂ ਸਾਡੇ ਸਾਧੂ ਸੰਤ ਪੁਰਾਤਨ ਸਮੇਂ ਵਾਲੇ ਕਈ ਗੁਣਾ ਸੂਝਵਾਨ ਸਨ। ਹੁਣ ਕੀ ਕਹਿੰਦੇ ਨੇ ਇਹ ਲੋਕ ਵੀ ਭਾਂਡੇ ਚੰਗੀ ਤਰ੍ਹਾਂ ਸਾਬਣ ਦੇ ਨਾਲ, ਸ਼ੈਂਪੂ ਦੇ ਨਾਲ ਧੋ, ਸੁਕਾ ਕੇ ਰੱਖੋ। ਸੁਕਾ ਕੇ ਪਤਾ ਕਿਉਂ ਰੱਖਣੇ ਨੇ? ਇਹ ਸਾਬਣ ਸੂਬਣ ਕੈਮੀਕਲ ਨਾਲ ਬਣਿਆ ਹੈ। ਜਦੋਂ ਤੁਸੀਂ ਮਲ ਕੇ ਭਾਂਡਿਆਂ ਨੂੰ ਪਾਣੀ ਨਾਲ ਧੋਂਦੇ ਹੋ ਨਾ, ਉਹ ਗਿੱਲੇ ਰਹਿ ਜਾਂਦੇ ਨੇ। ਉਹ ਭਾਂਡੇ ਤੁਸੀਂ ਛਾਨਣੇ 'ਚ ਰੱਖਦੇ ਹੋ, ਉਹ ਕੁਝ ਨਾ ਕੁਝ ਕੈਮੀਕਲ ਭਾਂਡਿਆਂ ਨੂੰ ਲੱਗਾ ਰਹਿ ਜਾਂਦਾ। ਉਹ ਐਸਾ ਭਿਅੰਕਰ ਬੈਕਟੀਰੀਆ ਪੈਦਾ ਹੁੰਦਾ, ਤੁਸੀਂ ਉਸ ਭਾਂਡੇ 'ਚ ਛਕਦੇ ਹੋ, ਕੈਂਸਰ ਆਦਿਕ ਰੋਗ ਪੈਦਾ ਹੁੰਦੇ ਨੇ। ਤੇ ਸੰਪਰਦਾਵਾਂ 'ਚ ਕੀ ਕਰਦੇ ਨੇ ਸਾਧੂ ਸੰਤ? ਉਹ ਸ਼ੈਂਪੂ ਨਾਲ ਧੋਂਦੇ ਹੀ ਨਹੀਂ ਭਾਂਡਿਆਂ ਨੂੰ। ਉਹ ਪਾਣੀ ਨਾਲ ਪਹਿਲਾਂ ਧੋਣਗੇ, ਬਾਅਦ ਵਿੱਚ ਸਵਾਹ ਨਾਲ ਜਾਂ ਰੇਤ ਨਾਲ ਮਾਂਜਣਗੇ। ਔਰ ਰੇਤ ਨਾਲ ਇੱਦਾਂ ਮਾਂਜਣਾ ਹੈ, ਸਵਾਹ ਨਾਲ ਇੱਦਾਂ ਮਾਂਜਣਾ ਹੈ ਵੀ ਸੁੱਕ ਮਾਂਜ ਕਰਨੀ ਹੈ, ਐ ਸੁੱਕ ਜਾਣ ਤੇ ਚਮਕ ਜਾਣ, ਬਾਅਦ 'ਚ ਉਹਨੂੰ ਪਾਣੀ ਨਹੀਂ ਲਾਉਣਾ। ਉਹ ਰੇਤ ਜਦੋਂ ਖੜਵੀ ਜੀ ਉਹਦੇ ਉੱਤੇ ਘਿਸਦੀ ਹੈ ਨਾ ਭਾਂਡੇ ਉੱਤੇ, ਤੇ ਉਹ ਬੈਕਟੀਰੀਆ ਜਿਹੜਾ ਗੰਦਾ ਮੰਦਾ ਹੈ ਉਹਨੂੰ ਮਾਰ ਦਿੰਦੀ ਹੈ। ਕਦੇ ਵੀ ਵੇਖਿਓ, ਮਾਂਜ ਕੇ ਭਾਂਡੇ ਨਹੀਂ ਧੋਤੇ ਜਾਂਦੇ ਲੰਗਰਾਂ ਵਿੱਚ, ਧੋ ਕੇ ਭਾਂਡੇ ਮਾਂਜੇ ਜਾਂਦੇ ਸਨ। ਆ ਜਦੋਂ ਦਾ ਥੋੜ੍ਹਾ ਜਿਹਾ ਸੁੱਖ ਸਹੂਲਤਾਂ ਵਧੀਆਂ, ਸ਼ੈਂਪੂ ਜਿਹਾ ਆ ਗਿਆ, ਉਹ ਇਕੱਠੇ ਹੀ 150 ਭਾਂਡੇ ਦੇ ਸੁੱਟ ਲੈਂਦੇ, ਉਹ ਮਾੜਾ ਜਿਹਾ ਧੋ ਕੇ ਪਾਣੀ ਮਾਰ ਕੇ ਰੱਖ ਦਿੰਦੇ, ਉਹ ਕੈਮੀਕਲ ਲੱਗਾ ਰਹਿ ਜਾਂਦਾ। ਕਈ ਵਾਰ ਦੇਖਿਓ ਤੁਸੀਂ, ਛਕਦਿਆਂ ਉਹ ਸੋਪ ਦਾ, ਸਾਬਣ ਦਾ ਸਵਾਦ ਆਉਂਦਾ ਹੈ, ਉਹੀ ਕੈਂਸਰ ਆਦਿਕ ਮਾੜੇ ਰੋਗ ਬਣਦਾ ਹੈ। ਤੇ ਤੁਸੀਂ ਸਮਝਿਆ ਵੀ ਇਹ ਸਾਧਾਂ ਨੂੰ ਤੇ ਕੁਝ ਪਤਾ ਪੁੱਤਾ ਹੀ ਨਹੀਂ ਹੈ। ਅਸੀਂ ਪੜ੍ਹ ਲਿਖ ਕੇ ਜ਼ਿਆਦਾ ਸਿਆਣੇ ਹੋ ਗਏ। ਸਿਆਣੇ ਕਾਹਦੇ ਹੋਏ ਹੋ? ਨਵੀਆਂ ਤਕਨੀਕਾਂ ਵਰਤ ਕੇ ਰੋਗੀ ਜ਼ਰੂਰ ਹੋ ਗਏ ਹੋ। ਮੈਂ ਹੈਰਾਨ ਹਾਂ, ਲੰਗਰ ਦੇ ਵਿੱਚ ਨਾ 4-4 ਵਾਰ ਭਾਂਡੇ ਸਵਾਹ ਨਾਲ ਮੰਜਾਉਂਦੇ ਸਨ ਬਾਬਾ ਪ੍ਰੀਤਮ ਸਿੰਘ ਜੀ। ਸੋਚੋ ਐਸੀ। ਔਰ ਚਰਨ ਗੰਗਾ ਵੇਖਦੇ ਹੋ ਨਾ ਚੇਲਾ ਸਾਹਿਬ ਦੀ, ਜਿੰਨੇ ਗੁਰਦੁਆਰਿਆਂ ਦੀ ਸੇਵਾ ਬਾਬਾ ਪ੍ਰੀਤਮ ਸਿੰਘ ਨੇ ਕਰਵਾਈ ਹੈ, ਉਹ ਚਰਨ ਗੰਗਾ ਲੰਮੀ ਤੇ ਬਣਦੀ ਸੀ, ਚੌੜਾਈ ਵਿੱਚ ਵੀ 8-10 ਫੁੱਟ ਹੁੰਦੀ ਸੀ। ਵੀ ਕਈਆਂ ਦਾ ਸੁਭਾਅ ਹੁੰਦਾ ਨਾ ਵੀ ਲੈ ਪੈਰ ਧੋ ਕੇ ਕੀ ਜਾਣਾ, ਮਾਰ ਕੇ ਛਾਲ ਚਰਨ ਗੰਗਾ ਟੱਪੋ ਤੇ ਭੱਜ ਕੇ ਮੱਥਾ ਟੇਕ ਆਓ। ਹੁਣ 10 ਫੁੱਟ ਦੀ ਚਰਨ ਗੰਗਾ ਕਾਹਦੇ ਨਾਲ ਟੱਪੇਗਾ? ਜਹਾਜ਼ ਲੈ ਕੇ ਆਵੇਂਗਾ। 20 ਪੈਰਾਂ ਨੂੰ ਸਾਡੇ ਗੰਦਗੀ ਲੱਗੀ ਹੋਈ ਹੈ। ਕੋਈ ਕਿਰਤ ਕਰਦਾ ਹੈ, ਪੈਰ ਗੰਦੇ ਹੋ ਜਾਂਦੇ ਨੇ, ਰੂੜੀਆਂ ਤੇ ਤੁਰਿਆ ਫਿਰਦਾ, ਬਾਜ਼ਾਰ ਵਿੱਚ ਮਲ ਮੂਤਰ ਪੈਰਾਂ ਨੂੰ ਲੱਗ ਜਾਂਦਾ ਹੈ। ਤੂੰ ਖੁਦ ਖੁਦਾ ਦੇ ਦਰਬਾਰ ਵਿੱਚ ਚੱਲਿਆ ਹੈ। ਮੈਂ ਫਿਰ ਕਹਿ ਦਵਾਂ, ਮਹਾਰਾਜ ਰਾਜਨ ਕੇ ਰਾਜਾ, ਰਾਜਿਆਂ ਦੇ ਰਾਜਾ ਗੁਰੂ ਗ੍ਰੰਥ ਦੇ ਦਰਬਾਰ ਵਿੱਚ ਚੱਲਿਆ ਏ। ਜਦੋਂ ਆਮ ਹੀ ਤੂੰ ਕਿਸੇ ਲੀਡਰ ਦੇ, ਮੰਤਰੀ ਦੇ ਦਰਬਾਰ ਵਿੱਚ ਜਾਵੇਂ ਤੇ ਚੰਗੇ ਵਸਤਰ ਪਾ ਕੇ ਜਾਣਾ, ਕਿਤੇ ਹਾਨੀ ਨਾ ਹੋ ਜੇ। ਉਹ ਮੰਤਰੀ ਤੇ 5 ਸਾਲ ਰਹੇਗਾ, 5 ਸਾਲੀ ਉਹਦੀ ਕੁਰਸੀ ਮੁੱਧੀ ਹੋ ਸਕਦੀ ਹੈ। ਇਹ ਸਦੀਵੀ ਤਖਤ ਤੇ ਬਹਿਣ ਵਾਲਾ ਮਾਲਕ ਹੈ, ਤੇ ਇਹਦੇ ਦਰ ਤੇ ਗੰਦੇ ਮੰਦੇ ਕੱਪੜੇ ਤੇ ਗੰਦੇ ਪੈਰ ਲੈ ਕੇ ਜਾਵੇਂਗਾ। ਸੁੱਚਮ ਰੱਖਣੀ ਹੈ, ਸਾਫ ਸਫਾਈ ਰੱਖਣੀ ਹੈ। ਤੇਰੇ ਕੋਲ ਸੁੱਚਮ ਨਹੀਂ, ਸਾਫ ਸਫਾਈ ਨਹੀਂ, ਤੇ ਤੇਰੇ ਘਰ ਦੇ ਹੀ ਨੱਕ ਮੂੰਹ ਵੱਟਦੇ ਨੇ ਵੀ ਨਹਾਉਂਦਾ ਹੀ ਨਹੀਂ ਇਹ ਤੇ ਗੁਰੂ ਦੇ ਦਰ ਤੇ ਤੂੰ ਗੰਦਾ ਮੰਦਾ ਚਲਿਆ ਜਾਵੇਂ। ਤੇ ਵੈਸੇ ਵੀ ਸੁੱਚਮ ਨਾਲ, ਸਾਫ ਸਫਾਈ ਨਾਲ ਰੋਗਾਂ ਤੋਂ ਨਿਜਾਤ ਮਿਲਦੀ ਹੈ। ਹੁਣ ਜਿਹੜਾ ਬੰਦਾ ਨਹਾਵੇ ਹੀ ਨਾ, ਉਹਨੂੰ ਕਈ ਰੋਗ ਪੈਦਾ ਹੋਣਗੇ, ਤੇ ਰੋਜ਼ ਇਸ਼ਨਾਨ ਕਰਨ ਵਾਲੇ ਨੂੰ ਕੋਈ ਰੋਗ ਨਹੀਂ। ਜਿਹੜਾ ਬੰਦਾ ਬਾਣੀ ਪੜ੍ਹੇ ਨਾ, ਉਹਦੇ ਮਨ ਨੂੰ ਕਈ ਕਾਮ ਕ੍ਰੋਧ ਲੋਭ ਦੇ ਰੋਗ ਹੋਣਗੇ। ਜਿਹੜਾ ਬਾਣੀ ਪੜ੍ਹੇਗਾ ਉਹਦਾ ਮਨ ਵੀ ਨਵਾਂ ਨਰੋਆ। ਸੋ ਇੱਕ ਸਿਧਾਂਤ ਸੀ ਇਹ, ਉਹਨਾਂ ਮਹਾਂਪੁਰਸ਼ਾਂ ਇਉਂ ਵੱਡੀਆਂ ਚਰਨ ਗੰਗਾ ਬਣਵਾਈਆਂ ਸਨ। ਖੈਰ, ਇਹ ਸੱਚ ਤੇ ਸੁੱਚਮ ਦਾ ਉਪਦੇਸ਼ ਗੁਰੂ ਸਾਹਿਬ ਦਿੰਦੇ ਨੇ। ਕਹਿੰਦੇ ਸੱਚ ਬੋਲਣਾ ਹੈ, ਸੁੱਚਮ ਰੱਖਣੀ ਹੈ। ਜਿੱਥੇ ਖੰਡਨ ਕੀਤਾ ਸੀ ਨਾ ਸੁੱਚਮ ਦਾ, ਉਹ ਖੰਡਨ ਇਸ ਗੱਲ ਦਾ ਸੀ ਵੀ ਕਈ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਬ੍ਰਹਮ ਦੀ ਅੰਸ਼ ਸਮਝਦੇ ਸੀ ਨਾ, ਉਹ ਕਹਿ ਦਿੰਦੇ ਸੀ ਅਸੀਂ ਸ਼ੂਦਰਾਂ ਦੇ, ਵੈਸ਼ਾਂ ਦੇ ਹੱਥ ਦਾ ਨਹੀਂ ਖਾਣਾ, ਇਹਨਾਂ ਦੀ ਜਾਤ ਨੀਵੀਂ ਹੈ। ਤੇ ਬਹਾਨਾ ਲਾਉਣਾ ਸੁੱਚਮ ਦਾ, ਸਾਡਾ ਚੌਂਕਾ ਪਿੱਟਿਆ ਜਾਂਦਾ ਇਹਨਾਂ ਦੇ ਪ੍ਰਵੇਸ਼ ਕੀਤਿਆਂ, ਇਹਨਾਂ ਦੇ ਹੱਥ ਲੱਗਿਆ। ਮਹਾਰਾਜ ਕਹਿੰਦੇ ਨਹੀਂ, ਚਾਹੇ ਸ਼ੂਦਰ ਹੈ, ਵੈਸ਼ ਹੈ, ਬ੍ਰਾਹਮਣ ਹੈ, ਛਤਰੀ ਹੈ, ਬਣੇ ਸਾਰੇ ਹੀ ਇੱਕੇ ਮਿੱਟੀ ਦੇ ਹੋ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ।
ਭਾਂਡੇ ਵੱਖੋ ਵੱਖ ਹੋ ਸਕਦੇ ਨੇ, ਮਿੱਟੀ ਇੱਕ ਹੀ ਹੈ। ਪਰਮਾਤਮਾ ਘੜਨ ਵਾਲਾ ਹੈ, ਬਣਾਉਣ ਵਾਲਾ ਹੈ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸਵਾਰ ਧਰੀ। ਉਸ ਬਨਾਉਟੀ ਸੁਚਮ ਦਾ ਖੰਡਨ ਹੈ ਜਿਹੜਾ ਜਾਤ ਪਾਤ ਵੇਖ ਕੇ ਰੱਖੀ ਜਾਂਦੀ ਸੀ। ਸਫਾਈ ਦਾ ਇੱਥੇ ਕੋਈ ਖੰਡਨ ਨਹੀਂ ਹੈ। ਸੋ ਇਹ ਧਿਆਨ ਰੱਖਿਓ। ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੇ ਪਾਸ। ਸੱਚ ਬੋਲਣਾ ਤੇ ਸੁਚਮ ਰੱਖਣੀ। ਸੰਤ ਸੱਚ ਹੀ ਬੋਲਦੇ ਨੇ। ਤੁਹਾਨੂੰ ਇਹ ਵੀ ਦੱਸ ਦਵਾਂ, 20ਵੀਂ ਸਦੀ ਦੇ ਵਿੱਚ ਮਰਦੇ ਮੁਜਾਹਿਦ ਔਰ ਮਹਾਪੁਰਸ਼ਾਂ ਚੋਂ ਸਿਰਮੌਰ ਸੰਤ, ਜਿਸ ਨੂੰ ਕੌਮ ਵੱਲੋਂ, ਪੰਥ ਵੱਲੋਂ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਤ ਸਿਪਾਹੀ ਐਲਾਨਿਆ ਗਿਆ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਬਾਬਾ ਪ੍ਰੀਤਮ ਸਿੰਘ ਦੀ ਬੁਲੰਦ ਹਸਤੀ ਹੈ। ਕੈਸਾ ਜੀਵਨ ਹੋਵੇਗਾ ਵੀ ਉਹ ਮਹਾਪੁਰਸ਼ ਵੀ ਇਸ ਪਾਕ ਰੂਹੇ ਜ਼ਮੀਨ ਤੇ ਬਾਬਾ ਪ੍ਰੀਤਮ ਸਿੰਘ ਜੀ ਦੇ ਪਾਸ ਆ ਕਰਕੇ ਕਥਾ ਪ੍ਰਚਾਰ ਕਰਦੇ ਰਹੇ ਨੇ, ਇੱਥੇ ਆਉਂਦੇ ਰਹੇ ਨੇ। ਉਹ ਮੈਂ ਫਿਰ ਕਹਿ ਦਵਾਂ, ਸਾਧਾਂ ਦੇ ਯਾਰ ਸਾਧ, ਸੱਚ ਨੂੰ ਸੱਚ ਭਾਉਂਦਾ ਹੈ ਤੇ ਕੁਫਰ ਨੂੰ ਕੁਫਰ, ਠੱਗਾਂ ਨੂੰ ਠੱਗ ਭਾਉਂਦੇ ਨੇ। ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ ਸੀ, ਕਹਿੰਦਾ ਸਾਧ ਸੱਚੇ ਨੇ, ਉਹਨਾਂ ਨੂੰ ਸੱਚਿਆਂ ਨਾਲ ਹੀ ਯਾਰੀ ਸੋਭਦੀ ਹੈ। ਉਹਨਾਂ ਦੀ ਬਾਣੀ ਦਾ ਫਰਮਾਨ ਹੈ, ਹਮੇਸ਼ਾ ਸੋਹਬਤੇ ਮਰਦਾਨੇ ਹੱਕ ਤਸਬ ਗੋਇਆ। ਹਮੇਸ਼ਾ ਸੋਹਬਤੇ ਮਰਦਾਨੇ ਹੱਕ ਤਸਬ ਗੋਇਆ ਕੇ ਤਾਲਬਾਨੇ ਖੁਦਾ ਵਾਸਲਾਨੇ ਅੱਲਾ ਅੰਦ। ਕਹਿੰਦੇ ਦੇਖ, ਜਿਹੜੇ ਮਰਦ ਹੁੰਦੇ ਨੇ ਨਾ, ਉਹਨਾਂ ਦੀ ਸੰਗਤ ਲੱਭ ਸੱਚ ਬੋਲਣ ਵਾਲਿਆਂ ਦੀ। ਸੱਚ ਬੋਲਣ ਵਾਲਿਆਂ ਦੀ ਸੰਗਤ ਸੱਚ ਵਿੱਚ ਅਭੇਦ ਕਰ ਦਿੰਦੀ ਹੈ। ਕਲਗੀਧਰ ਨੇ ਵੀ ਕਿਹਾ ਸੀ, ਕਹਿੰਦੇ ਮੈਨੂੰ ਉਹੀ ਚੰਗਾ ਲੱਗਦਾ ਜਿਹੜਾ ਸੱਚ ਬੋਲਦਾ। ਉਹਨਾਂ ਮਰਦ ਲਫ਼ਜ਼ ਵਰਤਿਆ ਹੈ, ਜੋ ਅੰਦਰ ਹੈ ਉਹੀ ਜ਼ੁਬਾਨ ਤੇ ਹੋਵੇ। ਇਹ ਨਹੀਂ ਵੀ ਜ਼ੁਬਾਨ ਤੇ ਕੁਝ ਹੋਰ ਤੇ ਅੰਦਰ ਕੁਝ ਹੋਰ। ਕਹਿੰਦੇ ਹਾਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦੇ ਗਰ ਦਰਦ ਹਾਨੇ ਦੇ ਗਰ। ਫਾਰਸੀ ਦੀ ਮਹਾਨ ਰਚਨਾ ਜ਼ਫਰਨਾਮੇ ਦੇ ਬੋਲ ਨੇ। ਮੈਨੂੰ ਉਹ ਮਰਦ ਜਾਪਦਾ ਹੈ ਜਿਹਦੇ ਅੰਦਰ ਸੱਚ ਹੈ, ਜ਼ੁਬਾਨ ਤੇ ਵੀ ਸੱਚ ਹੈ। ਜਿਹਦੀ ਜ਼ੁਬਾਨ ਤੇ ਕੁਝ ਹੋਰ ਤੇ ਅੰਦਰ ਕੁਝ ਹੋਰ, ਉਹ ਮਰਦ ਨਹੀਂ ਹੁੰਦਾ, ਉਹ ਸੰਤ ਨਹੀਂ ਹੁੰਦਾ। ਬਾਣੀ ਕਹਿੰਦੀ ਹੈ, ਜਾਂ ਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਮਰਦ ਉਹ ਜਿਸ ਤੇ ਪਰਮਾਤਮਾ ਦੀ ਮਿਹਰ ਹੈ। ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ। ਉਹੀ ਸੇਖ ਹੈ, ਮਸਾਇਕ ਹੈ, ਮਰਦ ਹੈ, ਮਹਾਪੁਰਸ਼ ਹੈ, ਸੰਤ ਹੈ, ਜਿਹਦੇ ਕੋਲ ਸੱਚ ਹੈ। ਜਿਹਦੇ ਕੋਲ ਸੱਚ ਨਹੀਂ ਨਾ, ਉਹ ਸੰਤ ਨਹੀਂ ਹੋ ਸਕਦਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੂਰਬੀਰ ਬਚਨ ਦੇ ਬਲੀ ਹੁੰਦੇ ਨੇ, ਭਾਵ ਬਚਨ ਪਗਾਉਂਦੇ ਨੇ, ਸੱਚ ਬੋਲਦੇ ਨੇ, ਕਦੇ ਕੁਫਰ ਨਹੀਂ ਤੋਲਦੇ। ਐਸੇ ਮਹਾਪੁਰਸ਼ਾਂ ਦੀ ਸੰਗਤ ਅਗਰ ਮਿਲ ਜਾਵੇ ਤਾਂ ਕਾ ਸੰਗ ਬਾਸ਼ੇ ਸੁਰਦੇਵ, ਅਮੋਗ ਦਰਸ ਸਫਲ ਜਾ ਕੀ ਸੇਵ। ਉਹਨਾਂ ਸੱਚ ਸਰੂਪ ਮਹਾਪੁਰਸ਼ਾਂ ਦੀ ਸੰਗਤ ਦੇਵਤੇ ਵੀ ਮੰਗਦੇ ਨੇ, ਔਰ ਉਹਨਾਂ ਦੀ ਸੇਵਾ ਫਲਦਾਇਕ ਹੁੰਦੀ ਹੈ। ਐਸੇ ਮਹਾਪੁਰਸ਼ ਸੱਚ ਤੇ ਪਹਿਰਾ ਦੇਣ ਵਾਲੇ ਬਾਬਾ ਪ੍ਰੀਤਮ ਸਿੰਘ ਸਨ। ਭਾਈ ਨੰਦ ਲਾਲ ਅੱਗੇ ਕਹਿੰਦੇ ਨੇ, ਤਾਲਬਾਨੇ। ਤਾਲਬਾਨੇ ਦਾ ਮਤਲਬ ਇੱਛਾ ਵਾਲਾ। ਵਾਸਲਾਨੇ ਇਹਦਾ ਮਤਲਬ ਹੈ ਕਿਸੇ 'ਚ ਇਕਮਿਕ ਹੋਣਾ, ਅਭੇਦ ਹੋ ਜਾਣਾ। ਅੱਲਾ ਅੰਦ, ਰੱਬ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਜੋ ਰੱਬ ਦੀ ਇੱਛਾ ਕਰਨ ਵਾਲਾ ਮਹਾਪੁਰਸ਼ ਰੱਬ ਵਿੱਚ ਅਭੇਦ ਹੈ, ਉਹਦੀ ਸੰਗਤ ਕਰੋ ਤੁਸੀਂ, ਤੁਹਾਨੂੰ ਵੀ ਰੱਬ ਵਿੱਚ ਭੇਦ ਹੋਣ ਦੀ ਜਾਂਚ ਦੱਸ ਦਵੇਗਾ। ਉਹ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਸੰਤ ਆਪ ਜੁੜੇ ਨੇ, ਹੋਰਾਂ ਨੂੰ ਜੋੜ ਦਿੰਦੇ ਨੇ। ਕਹਿੰਦੇ ਭੱਜ ਮਿਲ ਸਾਧੂ ਸੰਗਤ ਜਨ ਕੀ,
तर भौजल अकथ कथा सुन हर की। कहते भजन कर उहदे कोल बह के, ਉਹਦੇ ਕੋਲ ਬਹਿ ਕੇ ਅਕਾਲ ਪੁਰਖ ਦੀ ਕਥਾ ਸੁਣ, ਸੇਵਾ ਕਰ, ਭਵਜਲ ਤੋਂ ਪਾਰ ਲੰਘ ਜਾਵੇਂਗਾ। ਗੋਬਿੰਦ ਸਤ ਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ। ਮੈਨੂੰ ਸੰਤਾਂ ਦੀ ਸੰਗਤ ਬਖਸ਼, ਉਹਨਾਂ ਕੋਲ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਈਏ ਤੇ ਜੀਵਨ ਸਫਲਾ ਹੋਵੇ। ਕਹਿੰਦੇ ਜੋ ਜਨ ਧਿਆਵੈ ਹੈ ਹਰ ਹਰ ਨਾਮਾ, ਤੇ ਨ ਦਾਸਨ ਦਾਸ ਕਰੋ ਹਮ ਰਾਮਾ। ਜਨ ਕੀ ਸੇਵਾ ਉੱਤਮ ਕਾਮਾ। ਜਿਹੜੇ ਦਿਨ ਰਾਤ ਨਾਮ ਜਪਦੇ ਨੇ, ਹੇ ਰਮੇ ਹੋਏ ਰਾਮ ਅਕਾਲ ਪੁਰਖ ਮੈਨੂੰ ਉਹਨਾਂ ਦੇ ਚਰਨਾਂ ਦਾ ਦਾਸ ਬਣਾ। ਉਹਨਾਂ ਦੀ ਸੇਵਾ ਉੱਤਮ ਕਾਮ ਹੈ। ਮਹਾਨ ਕਾਰਜ ਹੈ ਜੀਵਨ ਸਫਲਾ ਕਰਨ ਦੇ ਲਈ ਜੋ ਕੀਤਾ ਜਾਂਦਾ ਹੈ। ਮਹਾਂਪੁਰਸ਼ਾਂ ਦੀ ਐਸੀ ਵਡਿਆਈ ਹੈ ਬਾਣੀ ਦੇ ਵਿੱਚ। ਮਹਾਨ ਆਤਮਾ ਸਨ ਉਹ, ਮਹਾਨ ਉਹਨਾਂ ਦੀਆਂ ਸੇਵਾਵਾਂ ਸਨ, ਔਰ ਉਹਨਾਂ ਦੇ ਜੀਵਨ ਨੂੰ, ਅਗੰਮੀ ਹਸਤੀ ਨੂੰ ਬਿਆਨ ਕਰ ਸਕਣਾ ਇੱਕ ਚੰਮ ਦੀ ਜ਼ੁਬਾਨ ਦੇ ਲੇਖੇ ਵਿੱਚ ਨਹੀਂ ਹੈ। ਬੇਅੰਤ ਗੁਣ ਹੁੰਦੇ ਨੇ ਮਹਾਂਪੁਰਸ਼ਾਂ ਦੇ, ਰਸਨਾ ਏਕ ਅਨੇਕ ਗੁਣ ਕਹੀ ਹੈ। ਬੇਅੰਤ ਗੁਣ ਹੁੰਦੇ ਨੇ। ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਗੰਮੀ ਵਡਿਆਈ ਗਾਉਂਦਿਆਂ, ਇਤਿਹਾਸ ਦੀ ਸਾਂਝ ਆਪ ਸੰਗਤ ਨਾਲ ਪਾਉਂਦਿਆਂ, ਮਹਾਂਪੁਰਸ਼ਾਂ ਦੀ ਗੀਤ ਗਾਉਂਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤ ਨੇ ਖਿਮਾ ਕਰ ਦੇਣੀ। ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਿਤਨੀਆਂ ਵੀ ਸੰਗਤਾਂ ਇਕੱਤਰ ਨੇ, ਹਾਜ਼ਰੀਨ ਨੇ, ਸ਼ਿਰਕਤ ਕਰ ਰਹੀਆਂ ਨੇ, ਮਹਾਰਾਜ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਚਾਰ ਪ੍ਰਸਾਰ ਨੂੰ, ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ ਇੱਥੇ ਬਾਬਾ ਅਜੀਤ ਸਿੰਘ ਜੀ ਬੇਅੰਤ ਗੁਰਮਤਿ ਸਮਾਗਮ ਆਪ ਸੰਗਤ ਦੇ ਸਹਿਯੋਗ ਨਾਲ ਕਰਵਾਉਂਦੇ ਨੇ। ਔਰ ਇਹ ਨਾਲ ਨਾਲ ਆਪਣੀਆਂ ਸੇਵਾਵਾਂ ਵੀ ਸਿੱਖ ਸਮਾਜ ਦੇ ਅੰਦਰ ਇਨਸਾਨੀਅਤ ਦੇ ਲਈ, ਲੋਕ ਭਲਾਈ ਲਈ ਕਰਦੇ ਰਹਿੰਦੇ ਨੇ। ਜਿਵੇਂ ਆ ਹੁਣ ਅੱਜ ਕੱਲ੍ਹ ਕਿਸਾਨ ਵੀਰਾਂ ਦਾ ਮੋਰਚਾ ਚੱਲ ਰਿਹਾ ਹੈ, ਔਰ ਇਹ ਦਿਖਾਇਆ ਇਸ ਤਰ੍ਹਾਂ ਜਾ ਰਿਹਾ ਹੈ ਵੀ ਕੇਵਲ ਕਿਸਾਨਾਂ ਦਾ ਹੀ ਮੁੱਦਾ ਹੈ। ਨਹੀਂ, ਸਮੁੱਚੀ ਲੋਕਾਈ ਦੇ ਲਈ, ਭਲਾਈ ਦੇ ਲਈ ਇਹ ਮੋਰਚਾ ਕਿਸਾਨਾਂ ਨੇ ਲਾਇਆ ਹੈ। ਔਰ ਟਿਕਰੀ ਬਾਰਡਰ ਦਿੱਲੀ ਜੋ ਮੋਰਚਾ ਚੱਲ ਰਿਹਾ ਹੈ ਕਿਸਾਨ ਵੀਰਾਂ ਵੱਲੋਂ, ਚਿੱਲਾ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਰੋਜ਼ ਦੁੱਧ ਦੀ ਸੇਵਾ ਉੱਥੇ ਭੇਜੀ ਜਾਂਦੀ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਵਾਂ, ਭਾਰਤ ਵਰਸ਼ ਦੀ ਹਕੂਮਤ ਇਹ ਭੁੱਲ ਚੁੱਕੀ ਹੈ ਵੀ ਇਹ ਡੈਮੋਕ੍ਰੇਸੀ ਹੈ। ਇਸ ਦੇਸ਼ ਵਿੱਚ ਵੋਟਾਂ ਨਾਲ ਰਾਜ ਮਿਲਦਾ ਹੈ, ਲੋਕਤੰਤਰ। ਇਟਸ ਫॉर ਦਾ ਪੀਪਲ, ਇਟਸ ਬਾਏ ਦਾ ਪੀਪਲ। ਔਰ ਜੋ ਸਰਕਾਰ ਲੋਕਾਂ ਦੀ ਬਣਾਈ ਹੋਵੇ ਨਾ, ਲੋਕਾਂ ਦੇ ਭਲੇ ਲਈ ਹੀ ਕਾਨੂੰਨ ਬਣਾਉਣੇ ਪੈਂਦੇ ਨੇ ਉਹਨਾਂ ਨੂੰ। ਤੇ ਜੇ ਤੁਸੀਂ ਧੱਕੋ ਜ਼ੋਰੀ ਆਰਡੀਨੈਂਸ ਜਾਰੀ ਕਰ ਰਹੇ ਹੋ ਤੇ ਲੋਕਾਂ ਦੀ ਪ੍ਰਵਾਨਗੀ ਨਹੀਂ ਉਹਨਾਂ ਕਾਨੂੰਨਾਂ ਨੂੰ ਮਿਲ ਰਹੀ, ਤੇ ਤੁਸੀਂ ਲੋਕਾਂ ਦੀ ਖੁਸ਼ੀ ਲਈ ਉਹ ਕਾਨੂੰਨ ਰੱਦ ਕਰ ਦਿਓ। ਝਗੜਾ ਤੇ ਕੋਈ ਹੈ ਹੀ ਨਹੀਂ ਹੈ। ਪਰ ਲੋਕਾਈ ਸਾਰੀ ਇਹਨਾਂ ਸਰਕਾਰਾਂ ਦੇ ਖਿਲਾਫ ਹੈ। ਦਿੱਲੀ ਵਿੱਚ ਲੱਖਾਂ ਦਾ ਇਕੱਠ ਹੈ, ਔਰ BBC ਲੰਡਨ ਵਰਗੇ ਵੱਡੇ ਵੱਡੇ ਚੈਨਲ ਗਲੋਬਲ ਲੈਵਲ ਤੇ, ਵਰਲਡ ਲੈਵਲ ਤੇ ਵੱਡੇ ਵੱਡੇ ਚੈਨਲਾਂ ਕਹਿ ਦਿੱਤਾ ਹੈ ਵੀ ਏਡਾ ਵੱਡਾ ਧਰਨਾ, ਏਡਾ ਵੱਡਾ ਮੋਰਚਾ ਸ਼ਾਂਤਮਈ ਸਦੀਆਂ ਵਿੱਚ ਕਿਧਰੇ ਨਹੀਂ ਲੱਗਿਆ। ਇੰਨੀ ਖਿਲਾਫਤ ਹੋਣ ਦੇ ਬਾਵਜੂਦ ਵੀ ਇਹ ਤਾਨਾਸ਼ਾਹੀ ਹੁਕਮ ਨੂੰ ਲਾਗੂ ਰੱਖਣਾ, ਇਹ ਯਾਦ ਦਿਵਾਉਂਦਾ ਹੈ ਔਰੰਗਜ਼ੇਬ ਵਰਗੇ ਰਾਜਿਆਂ ਦੀ। ਉਹ ਤਲਵਾਰ ਦੇ ਨਾਲ ਲੋਕਾਂ ਦਾ ਗਲੂਆ ਕੱਟਦੇ ਸੀ। ਅੱਜ ਕੱਲ੍ਹ ਦੀਆਂ ਸਰਕਾਰਾਂ ਕਾਨੂੰਨ ਦੇ ਨਾਲ ਗਲਾ ਘੁੱਟਦੀਆਂ ਨੇ।
ਤੁਸੀਂ ਚੰਗੀ ਤਰ੍ਹਾਂ ਇਹਨਾਂ ਕਾਨੂੰਨਾਂ ਨੂੰ ਸਮਝਦੇ ਹੋ, ਚਾਹੇ ਉਹਦਾ ਪ੍ਰੋਡਿਊਸ ਟ੍ਰੇਡ ਕਾਮਰਸ ਆਰਡੀਨੈਂਸ ਹੈ, ਜਿਹਨੂੰ ਤੁਸੀਂ ਪੰਜਾਬੀ ਵਿੱਚ ਕਿਸਾਨ ਉਤਪਾਦ ਵਪਾਰ ਅਤੇ ਵਪਾਰਕ ਆਰਡੀਨੈਂਸ ਕਹਿੰਦੇ ਹੋ, ਤੇ ਚਾਹੇ ਉਹ ਕੰਟਰੈਕਟ ਫਾਰਮਿੰਗ ਹੈ। ਇੱਦਾਂ ਦਾ ਹੀ ਇੱਕ ਕਾਨੂੰਨ ਹੋਰ ਹੈ, ਐਸੈਂਸ਼ੀਅਲ ਕਮੋਡਿਟੀ, ਵੀ ਜਿੰਨਾ ਮਰਜ਼ੀ ਸਟੋਰ ਕਰ ਲਵੋ ਤੁਸੀਂ। ਇਹ ਤਿੰਨ ਕਾਨੂੰਨ ਨੇ, ਤਿੰਨੇ ਹੀ ਘਾਤਕ ਨੇ ਭਾਰਤ ਵਰਸ਼ ਦੇ ਲੋਕਾਂ ਦੇ ਲਈ। ਇਸ ਗੱਲ ਨੂੰ ਸਮਝ ਲਿਓ, 100 ਕਿੱਲੇ ਵਾਲਾ ਜ਼ਿਮੀਂਦਾਰ ਵੀ ਸਟੋਰੇਜ ਨਹੀਂ ਕਰਦਾ, ਉਹਦੇ ਤੇ ਵੀ ਇੰਨਾ ਕਰਜ਼ਾ ਹੁੰਦਾ ਹੈ ਵੀ ਝੱਟ ਦੇ ਨਾਲ ਆੜ੍ਹਤੀਏ ਨੂੰ ਫਸਲ ਦੇ ਕੇ ਆਪਣੇ ਪੈਸੇ ਚੁੱਕਦਾ ਹੈ, ਜਿਹੜਾ ਕਰਜ਼ਾ ਚੁੱਕਿਆ ਹੈ ਉਸ ਨੂੰ ਕਟਾਉਂਦਾ ਹੈ, ਵਧੇ ਪੈਸੇ ਚੁੱਕ ਕੇ ਆਪਣਾ ਘਰ ਚਲਾਉਂਦਾ ਹੈ। ਇਹ ਸਟੋਰੇਜ ਕਰਨ ਦੇ ਲਈ ਬੜੇ ਬੜੇ ਪੂੰਜੀਪਤੀ ਘਰਾਣਿਆਂ ਨੇ ਵੇਅਰ ਹਾਊਸ ਬਣਾਏ ਨੇ ਸੈਂਕੜੇ ਕਿੱਲਿਆਂ 'ਚ। ਪਤਾ ਕੀ ਕਰਨਗੇ? ਸਸਤੇ ਭਾਅ ਤੁਹਾਡੇ ਤੋਂ ਕਣਕ ਖਰੀਦਣਗੇ, ਝੋਨਾ ਖਰੀਦਣਗੇ, ਚੌਲ ਖਰੀਦਣਗੇ, ਬਾਸਮਤੀ ਖਰੀਦਣਗੇ, ਫਲ ਖਰੀਦਣਗੇ, ਔਰ ਉਹਨੂੰ ਲੌਕ ਕਰ ਲੈਣਗੇ। ਫਿਰ ਉਹ ਦੇਖਣਗੇ ਵੀ ਇਹਦੀ ਡਿਮਾਂਡ ਵਧੇ। ਜਿਹੜੀ ਚੀਜ਼ ਮਾਰਕੀਟ 'ਚ ਨਹੀਂ ਹੈ, ਵੇਅਰ ਹਾਊਸ 'ਚ ਹੀ ਪਈ ਰਵੇ, ਉਹਦੀ ਡਿਮਾਂਡ ਤੇ ਵਧੇਗੀ। ਜਿਹਦੀ ਡਿਮਾਂਡ ਵਧਦੀ ਹੈ ਉਹਦਾ ਮੁੱਲ ਫਿਰ ਮਰਜ਼ੀ ਨਾਲ ਰੱਖਿਆ ਜਾਂਦਾ ਹੈ। ਤੁਸੀਂ ਆਪ ਦੇਖਦੇ ਹੋ, ਜਦੋਂ ਮਾਰਕੀਟ ਵਿੱਚ ਗੰਢੇ ਥੋੜ੍ਹੇ ਹੋਣ ਤੇ ਉਹਨਾਂ ਦਾ ਮੁੱਲ 100 ਰੁਪਏ ਕਿਲੋ ਨਾਲੋਂ ਵੀ ਵੱਧ ਜਾਂਦਾ ਹੈ। ਆਲੂ ਬਹੁਤਾਤ ਵਿੱਚ ਨੇ ਤੇ 5 ਰੁਪਏ ਕਿਲੋ ਵਿਕਣਗੇ, ਡਿਮਾਂਡ ਵੱਧ ਗਈ, ਥੋੜ੍ਹੇ ਨੇ ਤੇ 70-80 ਰੁਪਏ ਕਿਲੋ ਹੋ ਜਾਂਦੇ ਨੇ। ਤੁਹਾਡੇ ਖੇਤਾਂ 'ਚੋਂ ਗੋਭੀ 5-7 ਰੁਪਏ 10 ਰੁਪਏ ਕਿਲੋ ਖਰੀਦੀ ਜਾਂਦੀ ਹੈ, ਮਟਰ 10-20 ਰੁਪਏ ਕਿਲੋ ਖਰੀਦੇ ਜਾਂਦੇ ਨੇ। ਜਦੋਂ ਮਾਰਕੀਟ ਵਿੱਚ ਇਹਨਾਂ ਦੇ ਬੜੇ ਬੜੇ ਮੌਲ ਜਿਹੜੇ ਬੜੇ ਨੇ, ਉਹਨਾਂ 'ਚ ਜਾ ਕੇ ਤੁਸੀਂ ਵੈਜੀਟੇਬਲਸ ਖਰੀਦਦੇ ਹੋ ਤੇ ਉਹੀ ਗੋਭੀ 200-400 ਨੂੰ ਕਿਲੋ ਵੇਚਣਗੇ, ਉਹ ਮਟਰ 100 ਰੁਪਏ 200 ਨੂੰ ਕਿਲੋ ਵੇਚਣਗੇ। ਉਹ ਮੱਕੀ ਦੀ ਜਿਹੜੀ ਹੈ ਨਾ ਮਹਿੰਗਾਈ, ਤੁਸੀਂ ਹੈਰਾਨ ਰਹਿ ਜਾਓਗੇ। 2-4 ਰੁਪਈਆਂ ਦੀ ਛੱਲੀ 50 ਰੁਪਏ ਪੈ ਕਰਕੇ ਵੇਚਣਗੇ ਮੌਲ ਵਿੱਚ। ਹੁਣ ਅਗਲਿਆਂ ਸਟੋਰ ਕੀਤਾ ਹੈ, ਡਿਮਾਂਡ ਵੱਧ ਗਈ ਹੈ ਮਾਰਕੀਟ ਵਿੱਚ, ਉਹ ਮਰਜ਼ੀ ਨਾਲ ਵੇਚਣਗੇ। ਸਰਕਾਰ ਨੇ ਇੱਥੇ ਇੱਕ ਗੱਲ ਲਿਖੀ ਹੈ ਉਸ ਕਾਨੂੰਨ ਵਿੱਚ ਵੀ ਜੇ 100% ਮੁੱਲ ਇਹਨਾਂ ਵਧਾ ਦਿੱਤਾ ਨਾ, ਵੀ 100 ਦੀ ਵਸਤੂ 200 ਦੀ ਕੀਤੀ, ਅਸੀਂ ਦਖਲ ਦੇਵਾਂਗੇ ਵੀ ਪੂੰਜੀਪਤੀ ਗਲਤ ਕਰ ਰਹੇ ਨੇ, ਰੇਟ ਘਟਾਓ। ਤੇ ਜੇ ਪੂੰਜੀਪਤੀਆਂ ਨੇ 99 ਰੁਪਏ ਮੁੱਲ ਵਧਾਇਆ, 100% ਨਾ ਵਧਾਇਆ, ਤੇ ਅਸੀਂ ਨਹੀਂ ਦਖਲ ਕਰਨਾ। ਤੇ ਦਿਮਾਗ ਭੌਂਇਆ ਹੈ ਕਾਰਪੋਰੇਟ ਘਰਾਣਿਆਂ ਦਾ। ਉਹ 100 ਵਾਲੀ ਚੀਜ਼ 190 ਦੀ ਵੇਚਣਗੇ, 199 ਦੀ ਵੇਚਣਗੇ। ਤੁਸੀਂ ਭੱਜੇ ਫਿਰਿਓ ਫਿਰ ਵੀ 50 ਰੁਪਈਆਂ ਦੀ ਰੋਟੀ ਦੀ ਥਾਲੀ ਹੁਣ 250 ਦੀ ਹੋ ਗਈ ਹੈ। ਕਿਸੇ ਸਰਕਾਰ ਨੇ ਨਹੀਂ ਸੁਣਵਾਈ ਕਰਨੀ। ਇਸ ਗੱਲ ਦਾ ਖਿਆਲ ਰੱਖਿਓ, ਇਕੱਲਾ ਕਿਸਾਨਾਂ ਦਾ ਧਰਨਾ ਨਹੀਂ ਹੈ। ਇਹ ਜਿਤਨੇ ਵੀ ਥਾਲੀ ਵਿੱਚ ਰੱਖ ਕੇ ਅੰਨ ਦਾ, ਅਨਾਜ ਦਾ ਦਾਣਾ ਖਾਂਦੇ ਨੇ, ਇਹ ਉਹਨਾਂ ਸਾਰਿਆਂ ਲਈ ਮੋਰਚਾ ਲੱਗਿਆ ਹੈ। ਇਹ ਖਿਆਲ ਰੱਖਿਓ, ਇੰਨੀ ਕੁ ਮਹਿੰਗਾਈ ਹੋ ਜਾਵੇਗੀ ਤੁਸੀਂ ਸਰਵਾਈਵ ਨਹੀਂ ਕਰ ਸਕੋਗੇ। ਕਿਸਾਨ ਬੈਠੇ ਨੇ, ਦੁਕਾਨਦਾਰ ਵੀ ਨਾਲ ਬੈਠਣ, ਆੜ੍ਹਤੀਏ ਬੈਠੇ ਨੇ, ਪੱਲੇਦਾਰ ਵੀ ਨਾਲ ਬੈਠਣ, ਜ਼ਿਮੀਂਦਾਰ ਬੈਠੇ ਨੇ, ਦਿਹਾੜੀਦਾਰ ਵੀ ਨਾਲ ਬੈਠਣ। ਉਹਦਾ ਕਾਰਨ ਹੈ ਜਿਹੜਾ ਅੱਜ ਤੁਹਾਨੂੰ ਸਰਕਾਰਾਂ 2-2 ਰੁਪਏ ਕਿਲੋ ਆਟਾ ਵੰਡਦੀਆਂ ਨੇ, ਕਣਕ ਵੰਡਦੀਆਂ ਨੇ, ਜਦੋਂ ਕਾਰਪੋਰੇਟ ਘਰਾਣਿਆਂ ਨੇ ਮੌਲ ਵਿੱਚ ਰੱਖ ਕੇ ਸ਼ੈਲਫ ਤੇ ਡਿਸਪਲੇ ਕੀਤਾ, ਇਹੀ ਕਣਕ, ਇਹੀ ਆਟਾ ਤੁਹਾਨੂੰ 100-100, 150-150 ਰੁਪਏ ਕਿਲੋ ਮਿਲਣਾ, ਫਿਰ ਤਰਸਦੇ ਫਿਰੋਗੇ। ਇਹ ਜ਼ਿਮੀਂਦਾਰ ਹੀ ਦਰਿਆ ਦਿਲ ਹੈ ਜਿਹੜਾ ਆਪਣੇ ਹੱਥੀਂ ਫਸਲ ਉਗਾ ਕੇ ਮੁਸ਼ੱਕਤ ਘਾਲ ਕੇ ਸਰਕਾਰ ਜੋ ਰੇਟ ਕਵੇ ਉਹਦੇ ਤੇ ਹੀ ਵੇਚ ਦਿੰਦਾ, ਕਦੇ ਰੌਲਾ ਰੱਪਾ ਹੀ ਨਹੀਂ ਕਰਦਾ। ਕਾਰਪੋਰੇਟ ਘਰਾਣਿਆਂ ਨੇ ਇਦਾਂ ਨਹੀਂ ਵੇਚਣਾ। ਇਹ ਪਤਾ ਤੁਹਾਡੇ ਵੱਲ ਕਿਉਂ ਹੋਏ ਨੇ? ਬ੍ਰਾਹਮਣਾਂ ਦਾ ਇੱਕ ਸਿਸਟਮ ਸੀ। ਬ੍ਰਾਹਮਣ ਬ੍ਰਹਮ ਦੀ ਅੰਸ਼ ਹੈ, ਕਹਿੰਦੇ ਸਭ ਤੋਂ ਉੱਚਾ ਹੈ। ਉਹਨਾਂ ਦੇ ਅਨੁਸਾਰ ਛਤਰੀ ਉਹਨਾਂ ਦੇ ਪਹਿਰੇਦਾਰ ਨੇ, ਵੈਸ਼ ਜਾਟਾਦਕ ਉਹਨਾਂ ਲਈ ਖੇਤੀ ਕਰਨ, ਤੇ ਸ਼ੂਦਰ ਲੱਤਾਂ ਘੁੱਟਿਆ ਕਰਨ, ਥੱਕ ਜੂ ਜਾਂਦੇ ਨੇ। ਫਿਰ ਹੋਇਆ ਕੀ, ਸਰਕਾਰਾਂ ਨੂੰ ਲੇਬਰ ਚਾਹੀਦੀ ਹੈ, ਜ਼ਮੀਂਦਾਰ ਮਾਲਕ ਨਹੀਂ ਚਾਹੀਦੇ। ਇਹ ਉਹੀ ਬ੍ਰਾਹਮਣੀ ਸਿਸਟਮ ਲਾਗੂ ਕਰ ਰਹੇ ਨੇ ਜਿਹੜਾ ਬੰਦਾ ਸਿੰਘ ਬਹਾਦਰ ਨੇ
उस सिस्टम का खुरा खोज मिटाया सी, खत्म किया सी। चौधरियां कोलों, हुक्मरानां कोलों जमीनां लैके किरत करन वाले लोकां नूं दित्तियां सन। एक किरतियां कोलों जमीनां खो के फिर हुक्मरानां नूं दे रहे ने। इस गल का ख्याल रखियो। तिन्ने कानून ध्यान नाल पढ़ो, तुहानूं होश आ जाएगी भी ये तलवार है कानून की साडे गलां ते लटक रही। ਇਹਦਾ ਨੁਕਸਾਨ हर एक ਨੂੰ ਉਠਾਉਣਾ ਪਵੇਗਾ। एक होर गल है, खेतीबाड़ी विच ना टैक्स नहीं हुंदा। तुहाडी 10 करोड़ आमदन है, 10 लाख आमदन है, 10,000 आमदन है, टैक्स फ्री है। रिटर्न भर दो तुसीं, मान लो 10 करोड़ की, कोई टैक्स नहीं। होर धंधियां दे उत्ते टैक्स है। ये पूंजीपति चाहुंदे ने टैक्स माफ़ कराउणा, वो इस इनकम नूं अपने हत्थां हेठ करना चाहुंदे ने, ते जिहड़ा काला पैसा है ना 2 नंबर का उन्हां दा, वो भी चिट्टा करके टैक्स बचा के ये अमीरी नूं हथ मारदे ने भी अगां होर वधिया जावे। देखो अग जिहड़ी है ना, 4 लकड़ां पाओ मच पैंदी है, 4 होर पाओ वधदी है। अग दी भुख लकड़ां नाल नहीं मिटदी, जिन्नियां सुटी जाओगे वधदी जानी है। पूंजीपतियां कोल करोड़ां रुपया है, पर इन्हां दी अग तृष्णा वधदी जा रही है। किसानां वल तां आ रहे ने। दुनिया विच जदों इकोनमी डिगदी है, डाउनफॉल आउंदा है, इंडस्ट्री फेल हुंदी है, कारां मोटरां घर कारोबार इन्हां दी विकरी घट जांदी है, पर माड़े दिन आउण दे नाल भी अन्न दी विकरी नहीं घटदी। हुण माड़े दिन ने, पैसा है नहीं, मैं कार ना लवां मेरा गुजारा हो सकदा है, पर मैं रोटी ना खावां ये नहीं हो सकता। उन्हां वेख्या भी ये मार्केट की GDP वाही खेती की वाधी रहिंदी है, हर धंधे की GDP डिगदी है। इनू हथां हेठ लै लवो। तुहाडे धंधे खोने ने, तुहाडीआं जमीनां कानून के आधार ते लैणियां ने। तुसीं सारे ही साथ दिओगे तो ये जित होवेगी। भारत वर्ष विच सारियां स्टेटां विच ये कानून लागू करके भारत सरकार ने दबा लिया सी, पर पंजाब दे सिख नहीं दबे गए। जदों पंजाब चलिया तो तुहाडे हरियाणे दे वीर उठ पे, जदों हरियाणा चलिया तो राजस्थान, यूपी, बिहार सारियां स्टेटां ही उठ पईयां ने। ये जिहड़ा सेक है ना किसानी मोर्चे का, ये दिल्ली तो लैके अमेरिका तक पहुँच चुकिया है, और सारे ही किसानां लई हा दा नारा मार रहे ने। ते नाल मैं ये भी दस दवां, इस मोर्चे नूं ना बदनाम कर रहे ने खालिस्तान का नाम वरत के, ते खालिस्तान का हवा दिखाउंदे ने लोकां नूं भी पता नहीं इन्हां ने रफलां लैके सड़कां ते आ जाना, लोकां नाल कतलो गैरत मचाउणगे। खालसा राज नूं गलत प्रचार रहे ने। साडे राज वर्गा ते कोई राज ही नहीं सी दुनिया ते। ये साडा ही राज सी जदों मुगलिया सल्तनत का झंडा पुट्टिया बंदा सिंह बहादुर ने, पूंजीपतियां तो जमीनां खो के जमींदारां नूं किरतियां नूं दित्तियां। ये साडा ही राज सी खालसियां दा। बाबा बंदा सिंह बहादुर तो बाद बाबा जस्सा सिंह आलूवालिया, बाबा जस्सा सिंह रामगढ़िया, बाबा बघेल सिंह होना ने दिल्ली जित्ती, लोकाई नूं हक दवाए, 12 मिसलां ने यह राज किया। फिर दुनिया का सब तो महान बादशाह, नेक बादशाह, फराक दिल बादशाह महाराजा रणजीत सिंह राज भाग करता है, पंजाब देश का राजा बनता है। उस पुरुष ने इन्ना क वंडिया, काल पैना, गोदाम खोल देने, ते जे किसे गरीब गुरबे कोलों अन्न की पंड चुक के ना तुरिया जाना, रात बराते आप पंड चुक के घर छड्ड आउणी भेस बदल के। ये है राज खालसे का, जिन्हों बदनाम करदे हो। ते तुहाडा राज की है? राजा रणजीत सिंह ने तो गोदाम खोले, तुसीं ते संघी नूं पै गए जे, जिन्हां ने गोदाम भरे ने किसानां दी नूं। तुसीं ते किसानां नूं मार रहे हो। ये काहदा राज है? खालसे का राज तो तुहाडे नालों 20 गुणा चंगा है, जिथे हरेक नूं न्याय मिलता रहा है। रही गल 1984 तो 1994 तक दी, इस गल का ख्याल करियो। अगर पंजाब विच कोई हिंदू वीर मरिया है तो एजेंसियां ने, सरकारां ने
कैटां ने आप मार के सिखां विच ते हिंदू वीरां विच लड़ाई पवाई, सिखां ते हिंदुआं विच मन मुटाव पैदा कीते, सिखां ते हिंदुआं नूं एक दूजे दा दुश्मन बनाया। ਸਿੰਘਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਸੀ, ਇਹ ਸਭ ਏਜੰਸੀਆਂ ਦੇ ਕਰਿੰਦਿਆਂ ਨੇ ਪਾਪ ਕਮਾਇਆ ਸੀ। ਆਪਣੇ ਕੈਟਾਂ ਨੂੰ ਰਾਈਫਲਾਂ ਦੇ ਕੇ, ਲੁਟੇਰੇ ਪੈਦਾ ਕਰਕੇ ਤੇ ਹਿੰਦੂ ਵੀਰਾਂ ਦੇ ਪਰਿਵਾਰ ਮਰਵਾਏ ਸਨ। ਔਰ ਬਦਨਾਮ ਕੀਤਾ ਗਿਆ ਖਾਲਸੇ ਨੂੰ, ਬਦਨਾਮ ਕੀਤਾ ਗਿਆ ਸਿੰਘਾਂ ਨੂੰ। ਸਿੰਘਾਂ ਸ਼ਸਤਰ ਆਪਣੇ ਹੱਕ ਲਈ ਚੁੱਕੇ ਸੀ। ਇਹ ਉਹੀ ਸ਼ਸਤਰ ਨੇ ਜਿਹੜੇ ਭਾਰਤ ਨੂੰ ਅੱਜ ਚੀਨ ਦਾ ਗੁਲਾਮ ਹੋਣ ਤੋਂ ਬਚਾ ਰਹੇ ਨੇ। ਇਹ ਉਹੀ ਸ਼ਸਤਰ ਨੇ ਜਿਹੜੇ ਪਾਕਿਸਤਾਨ ਤੋਂ ਭਾਰਤ ਨੂੰ ਗੁਲਾਮ ਹੋਣੋਂ ਬਚਾ ਰਹੇ ਨੇ। ਜਿੱਦਣ ਆਪਣੇ ਹੱਕ ਲਈ ਚੁੱਕੇ ਲਾਇਸੈਂਸੀ ਹਥਿਆਰ ਹੋਣ ਤੇ ਅੱਤਵਾਦੀ ਬਣ ਜਾਂਦਾ ਬੰਦਾ। ਇਹ ਸਭ ਮੀਡੀਆ, ਨੈਸ਼ਨਲ ਮੀਡੀਆ, ਸਰਕਾਰ ਦੇ ਜੋ ਕਰਿੰਦੇ ਨੇ, ਵਿਕਾਊ ਮਾਲ ਹੈ। ਜੋ ਸਰਕਾਰ ਕਹਿੰਦੀ ਹੈ ਮੋਰਚਿਆਂ ਨੂੰ ਬਦਨਾਮ ਕਰਨ ਲਈ ਉਹੀ ਖਬਰਾਂ ਦੇਵੇਗਾ। ਕਿਤੇ ਹਿੰਦੂ ਸਿੱਖ ਦਾ ਮਸਲਾ ਉਭਾਰਦੇ ਨੇ, ਕਿਤੇ ਹਿੰਦੂ ਮੁਸਲਮਾਨ ਦਾ ਮਸਲਾ ਉਭਾਰਦੇ ਨੇ ਵੀ ਇਹ ਮੋਰਚਾ ਖਿੱਲਰ ਜਾਵੇ। ਪਰ ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹਾਂ ਵੀ ਜਿਹੜਾ ਦਿੱਲੀ ਵਿੱਚ ਮੋਰਚਾ ਲੱਗਿਆ ਹੈ ਨਾ, ਨੈਸ਼ਨਲ ਮੀਡੀਆ ਤੇ ਸਰਕਾਰਾਂ ਦੇ ਸਾਰੇ ਹੀ ਏਜੰਡੇ ਫੇਲ ਹੋ ਗਏ ਨੇ। ਉਹ ਮੋਰਚੇ 'ਚ ਬੈਠੇ ਚਾਹੇ ਸਿੱਖ ਨੇ, ਹਿੰਦੂ, ਈਸਾਈ, ਮੁਸਲਮਾਨ ਨੇ, ਇੱਕ ਇੱਕ ਤੇ 2 11 ਹੋਏ ਬੈਠੇ ਨੇ। ਉਹ ਨਹੀਂ ਪਾੜੇ ਜਾ ਰਹੇ। ਸੋ ਆਪਾਂ ਸਾਰਿਆਂ ਨੇ ਸਾਥ ਦੇਣਾ ਹੈ ਉਹਨਾਂ ਦਾ। ਨਾਲ ਇਹ ਵੀ ਗੱਲ ਸੁਣ ਲਿਓ, ਖਾਲਸੇ ਦਾ ਰਾਜ। ਇੱਕ ਬੁੱਢੀ ਮਾਈ ਨਾ ਤਵਾ ਲੈ ਕੇ ਆਈ, ਤਵਾ, ਤੇ ਰਾਜੇ ਦੇ ਪੈਰਾਂ 'ਚ ਅੰਗੂਠੇ ਨਾਲ ਘਸਾਇਆ, ਰਣਜੀਤ ਸਿੰਘ ਦੇ। ਤੇ ਉਹ ਪਹਿਰੇਦਾਰਾਂ ਨੇ ਫੜ ਲਿਆ ਮਾਈ ਨੂੰ। ਮਾਈ ਇਹ ਕੀ ਕਰਦੀ ਹੈ? ਇਹ ਕਾਲਾ ਤਵਾ, ਲੋਹੇ ਦਾ ਤਵਾ ਕਿਉਂ ਰਾਜੇ ਨਾਲ ਘਸਾਉਣੀ ਹੈ? ਕਹਿੰਦੀ ਪੁੱਤਰੋ ਮੈਂ ਸੁਣਿਆ ਹੈ ਸਾਡਾ ਰਾਜਾ ਪਾਰਸ ਹੈ, ਜਿਸ ਨੂੰ ਛੂਹ ਲਵੇ ਉਹ ਸੋਨਾ ਬਣ ਜਾਂਦਾ ਹੈ। ਖੇੜੇ ਵਿੱਚ ਆਇਆ ਮਹਾਰਾਜਾ ਰਣਜੀਤ ਸਿੰਘ, ਕਹਿੰਦਾ ਮਾਈ ਦਾ ਤਵਾ ਤੋਲ ਕੇ ਇਹਦੇ ਬਰਾਬਰ ਸੋਨਾ ਦੇ ਦਿਓ ਇਸ ਨੂੰ। ਇਹ ਹੁੰਦੇ ਨੇ ਰਾਜੇ, ਇਹ ਹੁੰਦਾ ਹੈ ਹਲੇਮੀ ਰਾਜ। ਉਹ ਮੈਂ ਜਿਹੜਾ ਅੱਜ ਦਿੱਲੀ ਵਿੱਚ ਭਾਰਤ ਹਕੂਮਤ ਦੇ ਵੱਡੇ ਤਖਤ ਤੇ ਬੈਠਾ ਹੈ ਨਾ, ਉਸ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਜੇ ਰਾਜ ਕਰਨਾ ਹੈ ਤੇ ਖਾਲਸਾ ਰਾਜ ਦਾ ਇਤਿਹਾਸ ਪੜ੍ਹ, ਪੰਜਾਬ ਦੇਸ਼ ਦਾ ਇਤਿਹਾਸ ਪੜ੍ਹ। ਇੱਦਾਂ ਦਾ ਰਾਜ ਕਰ, ਤੈਨੂੰ ਲੋਕ ਯਾਦ ਰੱਖਣ। ਕੁਰਸੀ ਸਦੀਵੀ ਨਹੀਂ ਹੈ। ਇੱਥੇ ਔਰੰਗਜ਼ੇਬ ਨਹੀਂ ਰਿਹਾ ਤੇ ਤੂੰ ਕਿੱਥੋਂ ਰਵੇਂਗਾ? ਇੱਥੇ ਸ਼ਾਹਜਹਾਨ ਨਹੀਂ ਰਿਹਾ, ਤੂੰ ਕਿੱਥੋਂ ਰਵੇਂਗਾ? ਇਹ ਤਖਤ ਸਦੀਵੀ ਨਹੀਂ ਹੁੰਦੇ, ਪਰ ਚੰਗਾ ਰਾਜ ਕਰਨ ਵਾਲਿਆਂ ਦਾ ਨਾਮ ਅਮਰ ਹੋ ਜਾਂਦਾ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ। ਕੈਸਾ ਰਾਜ ਬੇਗਮਪੁਰਾ ਸ਼ਹਿਰ ਕੋ ਨਾਓ। ਇੱਦਾਂ ਦਾ ਰਾਜ ਕਰ, ਕਿਸੇ ਨੂੰ ਵੀ ਕੋਈ ਗਮ ਨਾ ਰਵੇ। ਦੁੱਖ ਅੰਦੋਹ ਨਹੀਂ ਤੇ ਠਾਓ, ਕਿਸੇ ਨੂੰ ਵੀ ਦੁੱਖ ਨਾ ਹੋਵੇ, ਸਾਰੇ ਖੁਸ਼ੀ ਖੁਸ਼ੀ ਰਹਿਣ, ਸਾਰੇ ਧਰਮਾਂ ਵਿੱਚ ਪ੍ਰੇਮ ਹੋਵੇ। ਰਾਜ ਕਰਨਾ ਤੇ ਇਹ ਕਰ, ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਹਲੇਮੀ ਰਾਜ ਸਾਰੇ ਸੁਖੀ ਵਸਣ। ਇੱਦਾਂ ਦਾ ਜਿਹੜਾ ਰਾਜ ਹੈ ਨਾ, ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਉਹ ਰਾਜ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨਾ ਸੇਮ ਏਕ ਸੋ ਆਹੀ। ਉਹਦੀ ਪਾਤਸ਼ਾਹੀ, ਉਹਦਾ ਨਾਮ ਅਮਰ ਹੋ ਜਾਂਦਾ ਜਿਹੜਾ ਇਹ ਰਾਜ ਕਰਦਾ ਹੈ। ਰਾਜ ਕਰਨਾ ਤੇ ਐਸਾ ਕਰਨ। ਔਰ ਕਿੱਡਾ ਸ਼ਾਂਤਮਈ ਸੰਘਰਸ਼ ਕਰ ਰਹੇ ਨੇ ਇਹ ਕਿਸਾਨ। ਅੱਜ ਤੱਕ ਜਿੰਨੇ ਵੀ ਸੰਘਰਸ਼ ਹੋਏ, ਮੋਰਚੇ ਲੱਗੇ ਨਾ, ਤੁਸੀਂ ਵੇਖਿਆ ਹੈ ਕਦੇ ਬੱਸਾਂ ਲੂਹੀਆਂ ਗਈਆਂ, ਕਦੇ ਮਾਲ ਗੱਡੀਆਂ ਲੂਹੀਆਂ ਗਈਆਂ, ਰੋਡ ਤੇ ਕਿਸੇ ਦੀ ਪ੍ਰਾਪਰਟੀ, ਹੋਟਲ ਢਾਬੇ ਆਏ, ਲੂਹ ਦਿੱਤੇ ਗਏ। ਇਹ ਐਸਾ ਸ਼ਾਂਤ ਮੋਰਚਾ ਹੈ ਵੀ ਇਹ ਜਦੋਂ 25 ਨਵੰਬਰ 2020 ਨੂੰ ਪੰਜਾਬ ਚੋਂ ਕਿਸਾਨ ਤੁਰੇ ਸਨ ਦਿੱਲੀ ਵੱਲ ਨੂੰ, ਪਾਣੀ ਦੀਆਂ ਬੌਛਾਰਾਂ, ਗੰਦਾ ਪਾਣੀ ਸੁੱਟਿਆ ਗਿਆ, ਵਾਟਰ ਕੈਨਨਸ ਚਲਾਈਆਂ ਗਈਆਂ ਕਿਸਾਨਾਂ ਦੇ ਉੱਤੇ। ਸਰਕਾਰ ਵੱਲੋਂ, ਪੁਲਿਸ ਵੱਲੋਂ, ਫੌਜ ਵੱਲੋਂ ਲਾਠੀ ਚਾਰਜ ਹੋਏ। ਮੈਂ ਹੈਰਾਨ ਹਾਂ ਸਿੱਖਾਂ ਦੇ ਇਸ ਸਿਧਾਂਤ ਉੱਤੇ ਜੋ ਗੁਰੂ ਨਾਨਕ ਦਾ ਬਖਸ਼ਿਆ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹਾ ਪਛਾਣੇ ਸੇ। ਜਿਹੜੇ ਸਿਪਾਹੀਆਂ ਦੇ ਹੱਥ ਡਾਂਗਾਂ ਲਈ ਉੱਠੇ ਨਾ, ਉਹ ਡਾਂਗਾਂ ਵਰਾਉਣ ਵਾਲਿਆਂ ਨੂੰ ਵੀ ਇਹਨਾਂ ਨੇ ਲੰਗਰ ਛਕਾਇਆ ਉੱਥੇ ਬਿਠਾ ਕੇ। ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ, ਕਿਸੇ ਦੀ ਗੱਡੀ ਨਹੀਂ ਲੂਈ ਗਈ।
ਕਿਸੇ ਲੜਕੀ ਦੀ ਪੱਤ ਨਹੀਂ ਲੁੱਟੀ ਗਈ, ਕਿਸੇ ਦਾ ਢਾਬਾ ਨਹੀਂ ਲੁੱਟਿਆ ਗਿਆ, ਕੋਈ ਪ੍ਰਾਪਰਟੀ ਡਿਸਟਰੋਏ ਨਹੀਂ ਹੋਈ। ਤੇ ਦਿੱਲੀ ਜਾ ਕੇ ਵੇਖੋ, ਝੁੱਗੀਆਂ ਝੌਂਪੜੀਆਂ ਵਾਲੇ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਅੱਠੀਂ ਪਹਿਰੀਂ ਰੋਟੀ ਨਹੀਂ ਸੀ ਮਿਲਦੀ, 3 ਸਮੇਂ ਪ੍ਰਸ਼ਾਦਾ ਛਕਦੇ ਨੇ ਤੇ ਕਿਸਾਨਾਂ ਦੇ ਮੋਰਚੇ ਦੀ ਕਾਮਯਾਬੀ ਹੋਵੇ ਅਰਦਾਸਾਂ ਪਏ ਕਰਦੇ ਨੇ। ਇੱਕ ਮੀਡੀਆ ਹੋਰ ਬੜੀ ਗੱਲ ਕਰਦਾ, ਕਹਿੰਦਾ ਜੀ ਇਹਨਾਂ ਨੂੰ ਨਾ ਪਾਕਿਸਤਾਨ, ਚਾਈਨਾ ਦੀਆਂ ਏਜੰਸੀਆਂ ਪੈਸਾ ਭੇਜ ਰਹੀਆਂ ਮੋਰਚਾ ਚਲਾਉਣ ਲਈ। ਨਾ, ਇਹ ਪੈਸਾ ਉੱਥੋਂ ਹੀ ਆ ਰਿਹਾ ਹੈ ਜਦੋਂ ਕੋਵਿਡ-19 ਵਿੱਚ ਸਾਰੇ ਧਾਰਮਿਕ ਦਾਇਰੇ ਬੰਦ ਹੋ ਗਏ ਨਾ। ਕਰੋਨਾ ਦੇ ਸਮੇਂ ਜਦੋਂ ਸਭ ਹਸਪੀਟਲ, ਫੈਕਟਰੀਆਂ, ਹਰ ਪ੍ਰਾਪਰਟੀ ਨੂੰ ਤਾਲਾ ਲੱਗ ਗਿਆ, ਲੋਕ ਅੰਦਰ ਹੀ ਛਿਪ ਗਏ ਜਾਨ ਬਚਾਉਣ ਦੇ ਲਈ, ਖਾਲਸੇ ਨੇ, ਸਿੱਖਾਂ ਨੇ ਆਪਣੀ ਕਿਰਤ ਵਿੱਚੋਂ ਗੁਰੂ ਨਾਨਕ ਦੇ ਹੁਕਮ ਅਨੁਸਾਰ 10ਵਾਂ ਹਿੱਸਾ ਦਸਵੰਧ ਕੱਢ ਕੇ ਲੰਗਰ ਤਿਆਰ ਕਰ ਕਰਕੇ ਤੁਹਾਡੇ ਭੁੱਖੇ ਮਰਦੇ ਲੋਕਾਂ ਦੇ ਘਰਾਂ ਤਾਈਂ ਪਹੁੰਚਾਇਆ। ਇਹ ਉਹੀ ਦਸਵੰਧ ਹੈ। ਅੱਜ ਭੀੜ ਪਈ ਹੈ ਕਿਸਾਨਾਂ ਤੇ, ਖਾਲਸਾ 10ਵਾਂ ਹਿੱਸਾ ਕੱਢ ਕੇ ਦਿੱਲੀ ਵਿੱਚ ਉਸੇ ਪੈਸੇ ਨਾਲ ਹੀ ਲੰਗਰ ਚਲਾ ਰਿਹਾ ਹੈ। ਜਦੋਂ ਕਰੋਨਾ ਦੀ ਮਹਾਂਮਾਰੀ ਵਿੱਚ ਭੁੱਖੇ ਮਰਦਿਆਂ ਨੂੰ ਲੰਗਰ ਛਕਾਇਆ ਖਾਲਸੇ ਨੇ, ਉਦੋਂ ਤੇ ਆਂਦੇ ਸੀ ਸਿੱਖ ਕੌਮ ਵਰਗਾ ਕੋਈ ਧਰਮ ਹੀ ਨਹੀਂ। ਅੱਜ ਆਪਣੀਆਂ ਮੰਗਾਂ ਲਈ ਦਿੱਲੀ ਬੈਠੇ ਨੇ, ਲੰਗਰ ਚੱਲ ਰਿਹਾ ਤੇ ਕਹਿੰਦੇ ਏਜੰਸੀਆਂ ਪੈਸਾ ਦੇ ਰਹੀਆਂ ਨੇ। ਇਹ ਅਕ੍ਰਿਤ ਘਣਤਾ ਹੈ ਇਹਨਾਂ ਲੋਕਾਂ ਦੀ। ਤੇ ਮੈਂ ਇਹ ਗੱਲ ਕਹਿ ਦੇਵਾਂ ਨੈਸ਼ਨਲ ਮੀਡੀਆ ਨੂੰ, ਸੋਸ਼ਲ ਮੀਡੀਆ ਉਹ ਤੇ ਬੜਾ ਜ਼ੋਰ ਲਾ ਰਿਹਾ ਹੈ ਕਿਸਾਨਾਂ ਦੇ ਪੱਖ ਵਿੱਚ। ਨੈਸ਼ਨਲ ਮੀਡੀਆ ਕਿਸਾਨਾਂ ਦੀ ਗੱਲ ਨਹੀਂ ਕਰਦਾ, ਸਰਕਾਰ ਦੇ ਪੱਖ ਤੋਂ ਗੱਲ ਕਰਦਾ ਹੈ। ਤੇ ਮੈਂ ਪੁੱਛਣਾ ਚਾਹੁੰਦਾ ਵੀ ਇਹ ਨੈਸ਼ਨਲ ਮੀਡੀਆ ਵਾਲਿਆਂ ਦੇ ਜਿਹੜੇ ਬੱਚੇ ਨੇ, ਰੋਟੀ ਖਾਂਦੇ ਨੇ, ਪੀਜ਼ਾ ਹੀ ਛਕਦੇ ਨੇ, ਮੱਕੀ ਖਾਂਦੇ ਨੇ, ਕਿ ਇਹਨਾਂ ਟੀਵੀ ਨੂੰ ਹੀ ਚੱਕ ਮਾਰਨਾ ਵੀ ਉਹ ਮਾਈਕਾਂ ਨੂੰ ਹੀ ਖਾਂਦੇ ਨੇ। ਜੇ ਤੇ ਅੰਨ ਖਾਂਦੇ ਨੇ, ਅਨਾਜ ਖਾਂਦੇ ਨੇ, ਰੋਟੀ ਖਾਂਦੇ ਨੇ, ਤੇ ਉਹ ਤੁਹਾਡਾ ਕਿਸਾਨਾਂ ਦਾ ਦਿੱਤਾ ਹੋਇਆ ਹੈ। ਤੇ ਜਿਹੜਾ ਅੰਨ ਖਾ ਕੇ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰੇਗਾ, ਉਹਦੇ ਵਰਗਾ ਕੋਈ ਅਕ੍ਰਿਤ ਘਣ ਨਹੀਂ ਹੈ ਦੁਨੀਆ ਤੇ। ਜਿਹੜਾ ਵੀ ਥਾਲੀ ਵਿੱਚ ਅਨਾਜ ਖਾਂਦਾ ਹੈ, ਤੂੰ ਬਾਊ ਹੈ, ਤੂੰ ਆਫਿਸਰ ਹੈ, ਤੂੰ ਦੁਕਾਨਦਾਰ ਹੈ, ਤੂੰ ਟੀਚਰ ਹੈ, ਤੂੰ ਰੇਲਵੇ ਦੀ ਜੌਬ ਕਰਦਾ ਹੈ, ਬੈਂਕ ਵਿੱਚ ਮੈਨੇਜਰ ਹੈ, ਜਾਂ ਖੇਤਾਂ ਵਿੱਚ ਹਲ ਚਲਾਉਂਦਾ ਹੈ, ਦਿਹਾੜੀਦਾਰ ਹੈ, ਤੂੰ ਰਾਜਾ ਹੈ, ਤੂੰ ਭਿਖਾਰੀ ਹੈ, ਜੇ ਤੇ ਰੋਟੀ ਖਾਣਾ ਹੈ ਤੇ ਕਿਸਾਨਾਂ ਦੇ ਪੱਖ ਵਿੱਚ ਆ ਕੇ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾ। ਜੇ ਨਹੀਂ ਕਰਵਾਉਂਦਾ ਤੇ ਇਸ ਗੱਲ ਦਾ ਤੂੰ ਖਿਆਲ ਕਰੀਂ, ਕਿਸਾਨਾਂ ਦਾ ਦਿੱਤਾ ਹੀ ਅਨਾਜ ਖਾ ਰਿਹਾ ਹੈ। ਇਹ ਅਹਿਸਾਨ ਫਰਾਮੋਸ਼ੀ ਹੋਵੇਗੀ, ਜਿਨ੍ਹਾਂ ਤੇਰੇ ਤੇ ਅਹਿਸਾਨ ਕੀਤਾ ਤੂੰ ਪੱਖ ਨਹੀਂ ਲੈ ਰਿਹਾ ਉਹਨਾਂ ਦਾ। ਅਕ੍ਰਿਤ ਘਣਤਾ ਬਣ ਜਾਂਦੀ ਹੈ। ਇੰਨੀ ਠੰਡੀ ਸੀਤ ਵਿੱਚ ਹਜ਼ਾਰਾਂ ਲੱਖਾਂ ਬਜ਼ੁਰਗ ਨੌਜਵਾਨ ਦਿੱਲੀ ਬੈਠੇ, ਔਰ ਇਸ ਸੀਤ ਦੀ ਮਾਰ ਹੇਠ ਤਕਰੀਬਨ 40-50 ਲੋਕ ਐਸੇ ਨੇ ਜੋ ਆ ਚੁੱਕੇ ਨੇ, ਜਿਨ੍ਹਾਂ ਦਾ ਜੀਵਨ ਖਤਮ ਹੋ ਗਿਆ। ਇਹ ਲੀਲਾ ਸਮਾਪਤ ਹੋ ਗਈ ਜੀਵਨ ਦੀ। ਸਰਕਾਰਾਂ ਨੂੰ ਫਿਰ ਵੀ ਤਰਸ ਨਹੀਂ ਹੈ। ਖੈਰ, ਇਹ ਤਖਤ ਸਦੀਵੀ ਨਹੀਂ ਹੁੰਦੇ, ਇਹ ਲੋਕਾਈ ਤਖਤ ਦਿੰਦੀ ਹੈ ਤੇ ਲੋਕਾਈ ਖੋਹ ਲੈਂਦੀ ਹੈ। ਇਹ ਧੋਖਾ ਧੜੀਆਂ ਬਹੁਤਾ ਸਮਾਂ ਨਹੀਂ ਚੱਲਦੀਆਂ। ਕਿੰਨਾ ਚਿਰ ਤੁਸੀਂ EVM ਹੈਕ ਕਰਕੇ ਵੋਟਾਂ ਆਪਣੇ ਹੱਕ 'ਚ ਭੁਗਤਾਓਗੇ? ਉਮਰ ਤੇ ਮੁੱਕਣੀ ਹੈ ਨਾ, ਇੱਕ ਦਿਨ ਕੋਈ ਹੋਰ ਰਾਜਾ ਆ ਜਾਵੇਗਾ। ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਸੋ ਰਾਜ ਕਰਨਾ ਹੈ ਤੇ ਹਲੇਮੀ ਰਾਜ ਕਰੋ। ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ, ਕਿਸਾਨ ਵੀਰਾਂ ਦਾ ਸਾਥ ਦਈਏ। ਇੱਥੇ ਮਹਾਂਪੁਰਸ਼ ਸਟੇਜ ਤੇ ਸੁਭਾਏਮਾਨ ਨੇ। ਚਿੱਲਾ ਸਾਹਿਬ ਤੇ ਹੋਰ ਬੇਅੰਤ ਗੁਰਧਾਮਾਂ ਦੀ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਤੋਂ ਬਾਅਦ ਆਪ ਸੰਗਤ ਦੇ ਸਹਿਯੋਗ ਨਾਲ ਇਹ ਕਰਵਾਉਂਦੇ ਨੇ। ਆਪ ਸੰਗਤਾਂ ਇਹਨਾਂ ਦਾ ਸਾਥ ਦਿੰਦੇ ਹੋ, ਔਰ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਵੀ ਲੰਗਰ ਆਦਿਕ, ਦੁੱਧ ਆਦਿਕ ਦੀ ਸੇਵਾ ਬਾਬਾ ਅਜੀਤ ਸਿੰਘ ਜੀ ਪਹੁੰਚਾ ਰਹੇ ਨੇ। ਇਹਨਾਂ ਦਾ ਵੀ ਧੰਨਵਾਦ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।